ਸਰੋਤਿਓ, ਸਵਾਗਤ ਹੈ ਜੀ ਤੁਹਾਡਾ ਜਨਮ ਸਾਖੀਆਂ ਦੀ ਪੜਚੋਲ ਦੇ ਭਾਗ ਨੰਬਰ 11 ਦੇ ਵਿੱਚ। ਮੈਂ ਸਤਬੀਰ ਸਿੰਘ ਡੋਡ, ਜੋ ਕਿ ਮੰਗਲਵਾਰ ਨੂੰ ਆਪ ਜੀ ਦੇ ਨਾਲ ਇਹ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹੋਈਦਾ। ਪੜਚੋਲ ਕਰ ਰਹੇ ਹਾਂ ਉਹਨਾਂ ਸਾਖੀਆਂ ਦੀ ਜਿਹੜੀਆਂ ਗੁਰੂ ਪਾਤਸ਼ਾਹ ਦੇ ਨਾਲ ਜੁੜੀਆਂ ਹੋਈਆਂ ਨੇ, ਗੁਰੂ ਪਾਤਸ਼ਾਹ ਜੀ ਦੇ ਬਾਬਤ ਲਿਖੀਆਂ ਹੋਈਆਂ ਨੇ, ਪਰ ਇਹਨਾਂ ਦਾ ਅਕੀਦਾ ਗੁਰੂ ਪਾਤਸ਼ਾਹ ਜੀ ਦੇ ਉਹਨਾਂ ਦੀ ਰਹਿਬਰੀ ਨੂੰ, ਉਹਨਾਂ ਦੇ ਸਨਮਾਨਯੋਗ ਜਿਹੜੀ ਸ਼ਖਸੀਅਤ ਹੈ ਉਹਨੂੰ ਵਿਗਾੜਨ ਦਾ ਆ। ਗੱਲਬਾਤ ਕਈ ਦਿਨਾਂ ਤੋਂ ਆਪਾਂ ਇਹਦੇ ਬਾਰੇ ਹੀ ਅੱਜ 11ਵਾਂ ਪ੍ਰੋਗਰਾਮ ਕਰ ਰਹੇ ਹਾਂ, ਤੇ ਪਹਿਲਾਂ ਤੋਂ ਸ਼ੁਰੂ ਹੋਈ ਵੀ। ਆਪ ਜੀ ਨੂੰ ਪਤਾ ਸਾਡਾ ਮੇਨ ਮੋਟਿਵ ਕੀ ਹੈ। ਆਓ ਇਹਨਾਂ ਸਾਖੀਆਂ ਦੀ ਪੜਚੋਲ ਦੇ ਵਿੱਚੋਂ ਅਗਲੇਰੇ ਕੁਝ ਬੋਲਾਂ ਦੇ ਨਾਲ ਸਤਿਕਾਰਯੋਗ ਪ੍ਰੋਫੈਸਰ ਇੰਦਰ ਸਿੰਘ ਜੀ ਘੱਗਾ ਬਾਪੂ ਜੀ ਦੇ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰੀਏ। ਹਾਂਜੀ ਬਾਪੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਬਾਪੂ ਜੀ ਪ੍ਰੋਗਰਾਮ ਦੇ ਵਿੱਚ। ਔਰ ਜਿਹੜਾ ਅੱਜ ਆਪਾਂ ਵਿਸ਼ਾ ਲੈ ਕੇ ਚੱਲੇ ਆ, ਇਹਦੇ ਵਿੱਚੋਂ ਅੱਗੇ ਕੁਝ ਜਿਹੜੀ ਗੁਰੂ ਪਾਤਸ਼ਾਹ ਜੀ ਦੀਆਂ ਜਿਵੇਂ ਗੋਸ਼ਟਾਂ ਹੋਈਆਂ, ਗੱਲਬਾਤ ਹੋਈ। ਇੱਕ ਗੋਸ਼ਟ ਬੜੀ ਫੇਮਸ ਹੈ ਜਿਹਦੇ ਬਾਬਤ ਗੱਲ ਕੀਤੀ ਜਾਂਦੀ ਹੈ, ਸਿੱਧਾਂ ਨਾਲ ਗੋਸ਼ਟੀ ਦੀ। ਵੈਸੇ ਤਾਂ ਕਈ ਵਾਰੀ ਕਿਹਾ ਜਾਂਦਾ ਕਿ ਜਿਹੜੀ ਗੋਸ਼ਟ ਹੈਗੀ ਆ ਉਹ ਜਪਜੀ ਸਾਹਿਬ ਨੂੰ ਵੀ ਕਿਤੇ ਗੋਸ਼ਟ ਦੱਸਿਆ ਜਾਂਦਾ, ਉਹਦਾ ਹਿੱਸਾ ਦੱਸਿਆ ਜਾਂਦਾ, ਔਰ ਕਿਤੇ ਗੱਲਬਾਤ ਕੀਤੀ ਜਾਂਦੀ ਸਿੱਧਾਂ ਦੀ ਗੋਸ਼ਟ ਬਾਣੀ ਦੇ ਵਿੱਚੋਂ, ਜਿਵੇਂ ਆਪਾਂ ਸਪੈਸ਼ਲ 938 ਅੰਕ ਦੇ ਉੱਪਰ ਰਾਮਕਲੀ ਰਾਗ ਦੇ ਵਿੱਚੋਂ ਪੜ੍ਹਦੇ ਹਾਂ, ਉਹ ਵੀ ਇੱਕ ਅਲੱਗ ਚੀਜ਼ ਆ। ਇੱਥੇ ਅੱਜ ਦਾ ਜਿਹੜਾ ਮੇਨ ਮੋਟਿਵ ਆ ਉਹਦੇ ਬਾਰੇ ਜੋ ਸਾਖੀਆਂ ਦੇ ਵਿੱਚ ਆਇਆ ਉਹ ਹੈਗਾ ਸਿੱਧਾਂ ਦੇ ਨਾਲ ਗੋਸ਼ਟੀ। ਜਿਸ ਵੇਲੇ ਗੋਰਖਨਾਥ ਤੇ ਮਛੰਦਰਨਾਥ ਜਿਹੜੇ ਸਮੁੰਦਰ ਦੇ ਵਿੱਚ ਬੈਠੇ ਹੋਏ ਸਨ, ਹੁਣ ਸਮੁੰਦਰ ਦੇ ਬਾਹਰ ਵੀ ਕਿਨਾਰੇ ਨਹੀਂ ਸਨ ਬੈਠੇ, ਵਿੱਚ ਬੈਠੇ ਹੋਏ ਸੀ, ਤੇ ਗੁਰੂ ਨਾਨਕ ਪਾਣੀ ਦੇ ਉੱਪਰੋਂ ਤੁਰ ਤੁਰ ਕੇ ਉਹਨਾਂ ਦੇ ਕੋਲ ਪਹੁੰਚਦੇ ਆ। ਔਰ ਜਦੋਂ ਕੋਲ ਜਾ ਕੇ ਪਾਣੀ ਦੇ ਵਿੱਚ ਹੀ ਗੁਰੂ ਨਾਨਕ ਖੁਦ ਬੈਠ ਜਾਂਦੇ ਆ, ਤੇ ਬਾਬਾ ਜੀ ਦੇ ਨਾਲ ਜਿਹੜੀ ਹੈ ਉਹਨਾਂ ਜਿਹੜੇ ਮਛੰਦਰਨਾਥ ਔਰ ਗੋਰਖਨਾਥ ਨੇ ਉਹਨਾਂ ਦੇ ਸਵਾਲ ਜਵਾਬ ਹੋਏ। ਬਹੁਤ ਸਾਰੇ ਸਵਾਲ ਇਦਾਂ ਦੇ ਵੀ ਨੇ ਵੀ ਗੋਰਖਨਾਥ ਹੋਏ ਕਦੋਂ ਹੈ, ਗੋਰਖਨਾਥ ਔਰ ਮਛੰਦਰਨਾਥ ਇਹਨਾਂ ਦਾ ਵੈਸੇ ਇਹ ਕਿਸੇ ਦੇ ਨਾਮ ਨਾਲ ਜੁੜੇ ਹੋਏ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਦੋਂ ਗੁਰੂ ਨਾਨਕ ਸਾਹਿਬ ਦੇ ਸਮੇਂ ਦੇ ਇਹ ਹੈ ਵੀ ਨੇ ਕਿ ਨਹੀਂ ਹਨ, ਇਹ ਵੀ ਬੜੇ ਸਵਾਲ ਨੇ ਇਦਾਂ ਦੇ ਵੀ ਕਈ ਵਾਰੀ ਸੁਣਨ ਨੂੰ ਮਿਲਦੇ ਆ। ਔਰ ਕਿਉਂਕਿ ਕਈ ਵਾਰੀ ਜਨਮ ਤਰੀਕਾਂ ਵੀ ਮਿਲਦੀਆਂ ਨਹੀਂ ਹੁੰਦੀਆਂ, ਪਰ ਸਾਖੀਕਾਰਾਂ ਨੇ ਇਹਨਾਂ ਨੂੰ ਨਾਲ ਰੱਖਿਆ ਹੋਇਆ। ਆਓ ਆਪਾਂ ਇਹਦੇ ਬਾਰੇ ਸਵਾਲ ਕਰੀਏ, ਕੀ ਗੱਲਬਾਤ ਹੋਈ ਜੋ ਇਸ ਸਾਖੀ ਦੇ ਵਿੱਚ ਇਹਦੇ ਬਾਰੇ ਲਿਖਿਆ ਗਿਆ। ਹਾਂਜੀ ਬਾਪੂ ਜੀ। ਇੱਥੇ ਹੈਰਾਨੀ ਦੀ ਗੱਲ ਇਹ ਹੈ ਕਿ 4-5 ਸਾਖੀਕਾਰ ਨੇ ਜਿਨ੍ਹਾਂ ਨੇ ਆਖਿਆ ਜਾਂਦਾ ਹੈ ਕਿ ਇਹ ਸਾਖੀਆਂ ਗੁਰੂ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਲਿਖੀਆਂ ਨੇ। ਉਹਨਾਂ ਦੀਆਂ ਸਾਖੀਆਂ ਦੇ ਵਿੱਚ ਅੱਡੋ ਅੱਡ ਘਟਨਾਵਾਂ ਦਰਜ ਨੇ। ਅਸਲ 'ਚ ਘਟਨਾਵਾਂ ਦਰਜ ਤਾਂ ਨੇ ਕਿਉਂਕਿ ਹਰੇਕ ਸਾਖੀਕਾਰ ਦੀ ਆਪੋ ਆਪਣੀ ਮਨੌਤ ਹੈ ਜੀ। ਉਹਨਾਂ ਦਾ ਇਤਿਹਾਸ ਨਾਲ ਰਾਈ ਮਾਤਰ ਵੀ ਕੋਈ ਸਰੋਕਾਰ ਨਹੀਂ ਹੈ। ਅਸਲ ਦੇ ਵਿੱਚ ਉਹਨਾਂ ਸਮਿਆਂ 'ਚ ਗੁਰਬਾਣੀ ਦੇ ਨਾ ਤਾਂ ਅਰਥਾਂ ਦੀ ਕਿਸੇ ਨੂੰ ਸਮਝ ਸੀ, ਤੇ ਨਾ ਇੰਨਾ ਪਤਾ ਸੀ ਕਿ ਇਹ ਜਿਹੜੇ ਅਰਥ ਨੇ ਅਸਲ ਦੇ ਵਿੱਚ ਇਹ ਸਮਾਜ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਉਣ ਵਾਸਤੇ ਗੁਰੂ ਨਾਨਕ ਸਾਹਿਬ ਕੰਮ ਕਰ ਰਹੇ ਨੇ। ਸਮਾਜ ਬਹੁਤ ਪਛੜਿਆ ਹੋਇਆ ਹੈ ਤੇ ਉਹਨਾਂ ਕੋਲੇ ਪੜ੍ਹਾਈ ਲਿਖਾਈ ਉੱਕਾ ਕੋਈ ਨਹੀਂ ਹੈ, ਤੇ ਰਾਜਨੀਤਿਕ ਤੌਰ ਤੇ ਬੜੀ ਗੁਲਾਮੀ ਚੱਲ ਰਹੀ ਹੈ, ਤੇ ਹਾਕਮ ਬੜੇ ਜ਼ਾਲਮ ਨੇ। ਉਹਨਾਂ ਸਾਰਿਆਂ ਨੂੰ ਕਿਵੇਂ ਰਾਹ ਸਿਰ ਲਿਆਂਦਾ ਜਾਵੇ, ਜਨਤਾ ਨੂੰ ਕਿਵੇਂ ਸੁਚੇਤ ਕੀਤਾ ਜਾਵੇ, ਇਹਨਾਂ ਨੂੰ ਹਕੂਮਤ ਤੋਂ ਆਪਣੇ ਹੱਕ ਲੈਣ ਵਾਸਤੇ ਕਿਵੇਂ ਤਿਆਰ ਕੀਤਾ ਜਾਵੇ, ਤੇ ਇਹ ਸਾਰਾ ਕੁਝ ਤਾਂ ਸਿਖਾਉਣਾ ਚਾਹੁੰਦੇ ਸੀ ਗੁਰੂ ਨਾਨਕ। ਉਹ ਗੱਲਾਂ ਉਹਨਾਂ ਨੇ ਸਾਖੀਕਾਰਾਂ ਨੂੰ ਸਮਝ ਨਾ ਆਈਆਂ। ਉਹਨਾਂ ਨੂੰ ਇਉਂ ਲੱਗਣ ਲੱਗ ਪਿਆ ਕਿ ਜਿਵੇਂ ਪੁਰਾਣੇ ਸਮੇਂ ਦੀਆਂ ਹਿੰਦੂ ਪੁਰਾਣਿਕ ਕਥਾਵਾਂ ਨੇ। ਉਹਨਾਂ ਨੇ ਕਿਤੇ ਹਨੂਮਾਨ ਨੂੰ ਆਕਾਸ਼ 'ਚ ਉਡਾ ਦਿੱਤਾ, ਸੂਰਜ ਤੋੜ ਕੇ ਮੂੰਹ 'ਚ ਪਾ ਲਿਆ, ਜਾਂ ਪਹਾੜ ਚੁੱਕ ਲਿਆ ਹਨੂਮਾਨ ਜੀ ਨੇ। ਇਸੇ ਤਰ੍ਹਾਂ ਹੀ ਗਣੇਸ਼ ਦੇ ਸਿਰ ਕੱਟ ਕੇ ਹਾਥੀ ਦਾ ਲਾ ਦਿੱਤਾ ਗਿਆ। ਇਹ ਸਾਰੀਆਂ ਕਰਾਮਾਤੀ ਕਹਾਣੀਆਂ ਨੇ। ਉਸੇ ਸਮਾਜ ਦੇ ਵਿੱਚ ਲੋਕਾਂ ਦਾ ਰਹਿਣ ਕਰਕੇ ਇਹੀ ਪ੍ਰਭਾਵ ਉੱਤੇ ਚਲੇ ਆ ਰਿਹਾ ਸੀ ਕਿ ਕਰਾਮਾਤੀ ਕਹਾਣੀਆਂ ਦੇ ਨਾਲ ਹੀ ਕਿਸੇ ਮਹਾਂਪੁਰਖ ਨੂੰ ਵੱਡਾ ਕੀਤਾ ਜਾ ਸਕਦਾ, ਨਹੀਂ ਤਾਂ ਉਹ ਵੱਡਾ ਨਹੀਂ ਹੋ ਸਕਣਾ। ਸਾਡੇ ਭਾਰਤ ਦੀ ਇਹੀ ਮਨੌਤ ਚਲੀ ਆ ਰਹੀ ਸੀ ਤੇ ਅੱਜ ਤੱਕ ਵੀ ਕਾਇਮ ਹੈ ਇਹ ਜੀ। ਸਾਧਾਂ ਸੰਤਾਂ ਦੇ ਨਾਲ ਇਹ ਕਹਾਣੀਆਂ ਅਜੇ ਤੱਕ ਵੀ ਜੋੜੀਆਂ ਜਾਂਦੀਆਂ ਨੇ, ਤੇ ਗੁਰੂ ਨਾਨਕ ਸਾਹਿਬ ਬਾਰੇ ਇਹ ਕਹਾਣੀਆਂ ਬਿਲਕੁਲ ਬੇਮਾਨੀਆਂ ਨੇ ਜੋੜਨੀਆਂ। ਤੇ ਕਈ ਬਾਰੇ ਸਾਰੇ ਤਾਂ ਬੰਦੇ ਇਹ ਵੀ ਕਹਿ ਦਿੰਦੇ ਨੇ ਜੇ ਗੁਰੂ ਨਾਨਕ ਨੇ ਕੋਈ ਕਰਾਮਾਤ ਹੀ ਨਹੀਂ ਵਿਖਾਈ ਫਿਰ ਉਹਦਾ ਗੁਰੂ ਹੋਣ ਦਾ ਕੀ ਮਤਲਬ ਰਹਿ ਗਿਆ ਜੀ। ਅੱਜ ਤੱਕ ਵੀ ਕਈ ਸਾਰੇ ਡੇਰੇਦਾਰ ਜਾਂ ਹੋਰ ਜਿਹੜੇ ਸਿੱਖਾਂ ਤੋਂ ਬਾਹਰ ਡੇਰੇ ਨੇ ਉਹ ਵੀ ਆਪਣੇ ਗੁਰੂਆਂ ਨਾਲ ਅੱਜ ਤੱਕ ਵੀ ਕਰਾਮਾਤੀ ਕਹਾਣੀਆਂ ਸਿੱਧੇ ਅਸਿੱਧੇ ਢੰਗ ਨਾਲ ਉਹ ਜੋੜਦੇ ਰਹਿੰਦੇ ਨੇ, ਸੁਣਾਉਂਦੇ ਰਹਿੰਦੇ ਨੇ।
ਤੇ ਅਸੀਂ ਉਹਨਾਂ ਦੇ ਮੂਹਰੇ ਸਿਰ ਸੁੱਟ ਕੇ ਉਹਨੂੰ ਸੁਣੀ ਜਾਂਦੇ ਆ। ਜੀ ਹੁਣ ਇੱਕ ਗੋਸ਼ਟ ਤਾਂ ਇਦੋਂ ਬਾਅਦ ਆਪਾਂ ਵਿਚਾਰ ਕਰਾਂਗੇ ਅਗਲੇ ਹਿੱਸੇ ਦੇ ਵਿੱਚ। ਹਾਂਜੀ ਉਹ ਅਗਲੀ ਗੋਸ਼ਟ ਦੇ ਵਿੱਚ ਤਾਂ ਗੁਰੂ ਨਾਨਕ ਸਾਹਿਬ ਹਿਮਾਲਾ ਪਰਬਤ ਤੇ ਜਾਂਦੇ ਨੇ ਸਿੱਧਾ ਨਾਲ ਗੋਸ਼ਟ ਕਰਨ ਵਾਸਤੇ। ਜੀ ਇੱਕ ਜਿਹੜੀ ਆਹ ਗੋਸ਼ਟ ਹੈ ਇਹ ਤਾਂ ਜਮੀ ਸੌਖਾ ਹੀ ਹੋ ਗਿਆ ਕੰਮ। ਲੰਕਾ ਵੱਲ ਗੁਰੂ ਨਾਨਕ ਸਾਹਿਬ ਗਏ ਹੋਏ ਸੀ ਤੇ ਉਹਨਾਂ ਨੂੰ ਕਿਸੇ ਨੇ ਸ਼ਾਇਦ ਫੋਨ ਕੀਤਾ ਹੋਣਾ ਕਿ ਆ ਜਿਹੜੇ 2-3 ਸਾਧ ਤਾਂ ਇੱਥੇ ਬੈਠੇ ਨੇ, ਜਿਹੜੇ ਜੋਗੀ ਨੇ ਉਹ ਤਾਂ ਸਮੁੰਦਰ ਦੇ ਵਿੱਚ ਤਰੀ ਜਾਂਦੇ ਨੇ ਹਾਂਜੀ ਤੇ ਤੁਸੀਂ ਇੱਥੇ ਹੀ ਆ ਜਾਓ। ਤੇ ਗੁਰੂ ਨਾਨਕ ਸਾਹਿਬ ਨੇ ਕਿਸ਼ਤੀ ਲੈਣ ਦੀ ਲੋੜ ਨਹੀਂ ਹੈ ਤੇ ਉਹਨਾਂ ਨੇ ਪਾਣੀ ਦੇ ਉੱਤੇ ਤੁਰ ਕੇ ਉਹਨਾਂ ਸਿੱਧਾਂ ਕੋਲੇ ਗੋਰਖਨਾਥ ਤੇ ਮਛੰਦਰਨਾਥ ਕੋਲੇ ਪਹੁੰਚ ਗਏ। ਤੇ ਮਛੰਦਰਨਾਥ ਵੀ ਉੱਥੇ ਕਿਸ਼ਤੀ ਲੈ ਕੇ ਨਹੀਂ ਸੀ ਬੈਠੇ, ਉਹ ਚੌਂਕੜਾ ਮਾਰੀ ਪਾਣੀ ਦੇ ਉੱਤੇ ਬੈਠੇ ਹੋਏ ਸੀ ਸਾਖੀਕਾਰ ਦੇ ਮੁਤਾਬਕ। ਹਾਂਜੀ ਹੁਣ ਹੈਰਾਨੀ ਦੀ ਗੱਲ ਤਾਂ ਇਹੀ ਹੈ, ਇਹਨਾਂ ਗੱਲਾਂ ਚੋਂ ਸਾਖੀਕਾਰ ਸਾਨੂੰ ਕੀ ਦੱਸਣਾ ਚਾਹੁੰਦਾ ਹੈ ਕਿ ਤੁਸੀਂ ਵੀ ਸਮੁੰਦਰ ਜਾਓ। ਤੇ ਉਹਨੂੰ ਸ਼ਾਇਦ ਇਹ ਵੀ ਅਕਲ ਨਹੀਂ ਸੀ, ਪਤਾ ਨਹੀਂ ਸੀ ਕਿ ਕਿੱਡੇ ਕਿੱਡੇ ਮਗਰਮੱਛ, ਵੇਲ ਮੱਛ ਤੇ ਹੋਰ ਖਤਰਨਾਕ ਜੀਵ ਕਿੰਨੇ ਰਹਿੰਦੇ ਨੇ ਪਾਣੀ 'ਚ। ਮਨੁੱਖ ਨੂੰ ਕਿਸੇ ਵੇਲੇ ਵੀ ਸਬੂਤਾ ਹੀ ਹੜੱਪ ਕਰ ਸਕਦੇ ਨੇ, ਕੋਈ ਵੀ ਨੁਕਸਾਨ ਹੋ ਸਕਦਾ ਹੈ। ਨਾਲੇ ਪਾਣੀ ਦੇ ਉੱਤੇ ਬੰਦਾ ਬਹਿ ਹੀ ਨਹੀਂ ਸਕਦਾ, ਉਹ ਤਾਂ ਡੁੱਬੇਗਾ, ਮਰੇਗਾ ਜਾਂ ਤਰ ਕੇ ਬਾਹਰ ਨਿਕਲੇਗਾ। ਪਰ ਇਹ ਕਹਾਣੀਆਂ ਉਹਨਾਂ ਦੇ ਜ਼ਿਹਨ 'ਚ ਨਹੀਂ ਪੈਂਦੀਆਂ। ਉੱਥੇ ਗੁਰੂ ਨਾਨਕ ਸਾਹਿਬ ਇਹਨਾਂ ਦੇ ਕੋਲੇ ਪਹੁੰਚੇ ਤੇ ਇਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਇੱਥੇ ਸ਼ਬਦ ਵੀ ਉਹਨਾਂ ਨੇ ਉਚਾਰਨ ਕੀਤਾ, ਸੁਰਤ ਸ਼ਬਦ ਸਾਖੀ ਮੇਰੀ ਸਿੰਘੀ ਬਾਜੈ ਲੋਕ ਸੁਣੈ। ਇਹ ਪੂਰਾ ਸ਼ਬਦ ਬਹੁਤ ਵਧੀਆ ਵਿਗਿਆਨਕ ਆਧਾਰਿਤ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ ਲਿਖਿਆ ਕਿ ਪਾਣੀ ਪ੍ਰਾਣ ਪਵਨ ਬੰਧ ਰਾਖੇ। ਇਹ ਜਿਹੜਾ ਸਰੀਰ ਹੈ ਇਹਨੂੰ ਕਿਵੇਂ ਕੰਟਰੋਲ ਕੁਦਰਤ ਨੇ ਸਾਡੀ ਨਿਯਮ ਜਿਹੜਾ ਚੱਲ ਰਿਹਾ ਜਿਹੜਾ ਬਣਾਇਆ, ਉਹ ਨਿਯਮ ਇਹ ਸਰੀਰ ਦੇ ਅੰਦਰ ਕਿਵੇਂ ਚੱਲ ਰਿਹਾ, ਬਾਹਰ ਕਿਵੇਂ ਚੱਲ ਰਿਹਾ, ਕੁਦਰਤ ਦਾ ਵਰਤਾਰਾ ਕੀ ਹੋ ਰਿਹਾ। ਗੱਲ ਤਾਂ ਸਾਰੀ ਗੁਰੂ ਨਾਨਕ ਸਾਹਿਬ ਨੇ ਵਿਗਿਆਨਕ ਆਧਾਰ ਵਾਲੀ ਇੱਥੇ ਇਹ ਦੱਸੀ ਹੋਈ ਹੈ। ਪਰ ਸਾਖੀਕਾਰ ਨੇ ਆਪ ਲੰਮੀ ਚੌੜੀ ਸਾਖੀ ਘੜ ਕੇ ਸਿੱਧਾ ਜੋਗੀਆਂ ਨਾਲ ਪਾਣੀ ਦੇ ਉੱਤੇ ਬਿਠਾ ਕੇ ਉਹਨਾਂ ਨੂੰ ਇਹ ਕਹਾਣੀ ਸੁਣਾ ਦਿੱਤੀ ਕਿ ਆਹ ਸ਼ਬਦ ਉੱਤੇ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤਾ। ਤੇ ਇਸ ਤਰ੍ਹਾਂ ਸਾਰੀਆਂ ਸਾਖੀਆਂ ਲਗਭਗ ਇਹਦੇ ਨੇੜੇ ਤੇੜੇ ਚੱਲਦੀਆਂ ਜਾ ਰਹੀਆਂ ਨੇ। ਬਿਲਕੁਲ ਠੀਕ ਹੈ ਜੀ। ਨਾਲੇ ਇੱਕ ਗੱਲ ਹੋਰ ਇਹਦੇ ਨਾਲ ਮੈਂ ਐਡ ਕਰ ਦਿੰਦਾ, ਰੱਬ ਕਦੇ ਪਾਰਟੀਸ਼ਨ ਨਹੀਂ ਕਰਦਾ ਵੀ ਲੋਕਾਂ ਦੇ ਵਿੱਚ ਵੰਡ ਪਾਉਣਾ ਉਹਦਾ ਕੰਮ ਨਹੀਂ ਹੈਗਾ ਵੀ ਮੈਂ ਰਾਜ ਕਰਾਂ ਤੇ ਲੋਕਾਂ ਨੂੰ ਆਪਸ ਵਿੱਚ ਲੜਾਈ ਜਾਵਾਂ। ਇੱਕ ਨੂੰ ਬਹੁਤ ਵਧੀਆ ਪੈਦਾ ਕਰਤਾ ਤੇ ਦੂਜੇ ਨੂੰ ਘਟੀਆ ਪੈਦਾ ਕਰਤਾ। ਅਸਲ ਵਿੱਚ ਅਸੀਂ ਜਿਸ ਖਿੱਤੇ ਵਿੱਚ ਪੈਦਾ ਹੁੰਦੇ ਹਾਂ ਉਦਾਂ ਦੇ ਵਿਚਾਰ ਸਾਡੇ ਹੋ ਜਾਂਦੇ ਆ, ਜਿਸ ਤਰੀਕੇ ਨਾਲ ਸਾਡਾ ਪਾਲਣ ਪੋਸ਼ਣ ਹੁੰਦਾ ਹੈ ਉਦਾਂ ਦਾ ਅਸੀਂ ਕੁਝ ਗ੍ਰਹਿਣ ਕਰਦੇ ਹਾਂ, ਔਰ ਜਿਸ ਸਮਾਜ ਦੇ ਵਿੱਚ ਵਿਛਿੰਦੇ ਹੁੰਦੇ ਆ ਉਦਾਂ ਦੀਆਂ ਰਹੁ ਰੀਤਾਂ ਸਾਡੇ ਜੀਵਨ ਦਾ ਇੱਕ ਹਿੱਸਾ ਬਣ ਜਾਂਦੀਆਂ, ਅੰਗ ਬਣ ਜਾਂਦੀਆਂ, ਉਹਦਾ ਅਸੀਂ ਪ੍ਰਭਾਵ ਕਬੂਲਦੇ ਹਾਂ। ਜੇ ਗੁਰੂ ਨਾਨਕ ਮੰਨ ਲਓ, ਖਾਸ ਤੌਰ ਤੇ ਸਪੈਸ਼ਲ ਜਿਹੜੇ ਕਿ ਪਾਣੀ ਦੇ ਵਿੱਚ ਤੁਰਦੇ ਆ ਜਾਂ ਸਿੱਧ ਜੋਗੀ ਜਿਹੜੇ ਹੈਗੇ ਆ, ਅਸਲ ਵਿੱਚ ਧਾਰਮਿਕ ਜਿਹੜਾ ਫੰਡਾਮੈਂਟਲ ਹੈ ਇਹਨਾਂ ਨੂੰ ਸਿਰ ਤੇ ਬਿਠਾਉਣ, ਇਹ ਧਾਰਮਿਕ ਮਾਫੀਆ ਕਹਿ ਸਕਦੇ ਹਾਂ ਆਪਾਂ। ਜੇਕਰ ਇੱਕ ਬੰਦੇ ਨੂੰ ਬਹੁਤ ਵਧੀਆ ਰੱਬ ਨੇ ਬਣਾ ਕੇ ਭੇਜਿਆ ਤੇ ਫਿਰ ਸਾਰਾ ਜਿਹੜਾ ਹੋ ਰਿਹਾ, ਜਿਵੇਂ ਇੱਕ ਕਵੀ ਹੈ ਨਾ ਪਾਕਿਸਤਾਨ ਦਾ ਵੀਰ, ਉਹ ਬੋਲਦਾ ਹੁੰਦਾ ਕਿ ਜੇ ਰੱਬਾ ਤੇਰੇ ਮਤਲਬ ਆਖੇ ਬਿਨਾ ਪੱਤਾ ਵੀ ਨਹੀਂ ਹਿਲਦਾ ਤੇ ਸਾਨੂੰ ਜਿਹੜੇ ਰਗੜੇ ਲੱਗ ਰਹੇ ਨੇ ਉਹਨਾਂ ਪਿੱਛੇ ਤੂੰ ਹੈ। ਮਤਲਬ ਸਾਰਿਆਂ ਦੇ ਪਿੱਛੇ ਤਾਂ ਤੇਰਾ ਸਿਲਸਿਲਾ ਚੱਲ ਰਿਹਾ। ਇਹਦਾ ਮਤਲਬ ਜਿਹੜਾ ਕੁਛ ਮਾੜਾ ਵੀ ਹੋ ਰਿਹਾ, ਬੁਰਾ ਵੀ ਹੋ ਰਿਹਾ, ਫਿਰ ਸਾਨੂੰ ਜੇਲ੍ਹਾਂ ਬਣਾਉਣ ਦਾ, ਸਾਨੂੰ ਇਹ ਸੁਧਾਰ ਘਰ ਬਣਾਉਣ ਦੀ ਕੋਈ ਜ਼ਰੂਰਤ ਨਹੀਂ ਸੀ ਜੇਕਰ ਏਦਾਂ ਹੁੰਦਾ ਵੀ ਰੱਬੋਂ ਹੈ ਸਾਰਾ ਕੁਛ। ਮਾੜੇ ਕਰਮ ਹੈ ਜੀ, ਮਾੜਾ ਰੱਬ ਨੇ ਲਿਖਤਾ, ਜਿੱਦਾਂ ਦਾ ਲਿਖਦਾ ਉਦਾਂ ਦਾ ਕਰਦਾ। ਇਸ ਕਰਕੇ ਇਹਨਾਂ ਗੱਲਾਂ ਨੂੰ ਸਮਝੀਏ। ਗੁਰੂ ਨਾਨਕ ਦਾ ਜਿਹੜਾ ਮੇਨ ਮਿਸ਼ਨ ਹੈਗਾ ਉਹ ਆਮ ਲੋਕਾਂ ਦੀ ਤਰ੍ਹਾਂ ਲੋਕਾਈ ਦਾ ਭਲਾ ਕਰਨਾ ਤੇ ਸਮਾਜ ਦੇ ਵਿੱਚ ਇੱਕ ਚੰਗੇ ਆਦਰਸ਼ਕ ਜੀਵਨ ਨੂੰ ਜਿਉਣਾ, ਉਹੀ ਉਹਨਾਂ ਦੀ ਰਾਏ ਹੈ। ਇੱਥੇ ਨਾ ਥੋੜਾ ਜਿਹਾ ਇੱਕ ਹੋਰ ਜਿਹੜੇ ਮੈਂ ਸ਼ਬਦ ਸਾਹਮਣੇ ਰੱਖਿਆ ਹੋਇਆ ਗੁਰੂ ਨਾਨਕ ਸਾਹਿਬ ਦੇ ਜਿਹੜੇ ਇੱਥੇ ਉਚਾਰਨ ਕੀਤੇ ਸਾਖੀਕਾਰ ਨੇ ਦੱਸੇ ਹੋਏ ਨੇ ਜੀ, ਉਹ ਜਿਹੜਾ ਕਿੰਨਾ ਵਿਗਿਆਨਕ ਆਧਾਰ ਹੈ, ਹੈਰਾਨੀ ਹੁੰਦੀ ਹੈ। ਅੱਜ ਤੱਕ ਵੀ ਸਾਨੂੰ ਇਹਨਾਂ ਗੱਲਾਂ ਦੀ ਬਹੁਤਿਆਂ ਨੂੰ ਪੜ੍ਹ ਕੇ ਹੈਰਾਨ ਹੋ ਜਾਂਦੇ ਆ ਕਿ ਇੰਨੇ ਅੱਗੇ ਸੀ ਬਾਬਾ ਜੀ, ਕਿੰਨੀਆਂ ਵਧੀਆ ਗੱਲਾਂ ਲਿਖ ਰਹੇ ਨੇ। ਇੱਥੇ ਗੁਰੂ ਸਾਹਿਬ ਕਹਿ ਰਹੇ ਨੇ, ਤੁਸੀਂ ਤਾਂ ਸੁਰਤੀ ਜੋੜਦੇ ਹੋ, ਤੁਸੀਂ ਤਾਂ ਸਿੰਗੀਆਂ ਵਜਾਉਂਦੇ ਹੋ ਤੇ ਤੁਸੀਂ ਤਾਂ ਬਹੁਤ ਇਹੋ ਜਿਹੇ ਕੰਮ ਕਰਦੇ ਹੋ। ਸੁਰਤ ਸ਼ਬਦ ਸਾਖੀ ਮੇਰੀ ਸਿੰਘੀ ਬਾਜੈ ਲੋਕ ਸੁਣੈ। ਤੁਸੀਂ ਲੋਕਾਂ ਨੂੰ ਸੁਣਾਉਂਦੇ ਹੋ। ਪਤ ਝੋਲੀ ਮੰਗਣ ਕੈ ਧਾਈ ਭੀਖਿਆ ਨਾਮ ਪੜੈ। ਮੇਰੀ ਤਾਂ ਇੱਜ਼ਤ ਹੀ ਮੇਰੀ ਝੋਲੀ ਹੈ, ਭਾਵ ਕਿ ਭਿਖਾਰੀ ਮੈਂ ਨਹੀਂ ਬਣਦਾ, ਮੇਰੀ ਇੱਜ਼ਤ ਰੂਪੀ ਝੋਲੀ ਹੈ ਮੇਰੇ ਕੋਲ। ਤੁਸੀਂ ਤਾਂ ਬੇਇੱਜ਼ਤੇ ਹੋਏ ਫਿਰਦੇ ਹੋ, ਦਰ ਦਰ ਮੰਗਦੇ ਫਿਰਦੇ ਹੋ, ਤੁਹਾਡੀ ਤਾਂ ਇੱਜ਼ਤ ਹੀ ਕੋਈ ਨਹੀਂ ਹੈ ਜੀ। ਅੱਛਾ, ਇੱਥੇ ਬਾਬਾ ਗੋਰਖ ਜਾਗਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਮੇਰਾ ਗੋਰਖ ਪ੍ਰਮਾਤਮਾ ਵਾਹਿਗੁਰੂ ਸਦਾ ਹੀ ਜਾਗਦਾ ਹੈ। ਗੋਰਖ ਸੋ ਜਿਨ ਗੋਏ ਉਠਾਲੀ ਕਰਤੇ ਬਾਰ ਨਾ ਲੱਗਾ। ਮੇਰਾ ਗੋਰਖ ਉਹ ਹੈ ਜਿਹਨੇ ਇਸ ਧਰਤੀ ਨੂੰ ਚੁੱਕਿਆ ਹੋਇਆ, ਭਾਵ ਕਿ ਧਰਤੀ ਜਿਹਦੇ ਨਿਯਮ ਕਾਨੂੰਨ 'ਚ ਖੜੀ ਹੋਈ ਹੈ। ਮੈਂ ਤਾਂ ਉਹਨੂੰ ਗੋਰਖ ਮੰਨਦਾ, ਤੁਸੀਂ ਆਪ ਹੀ ਹਰੇਕ ਬੰਦਾ ਗੋਰਖ ਬਣਿਆ ਫਿਰਦਾ। ਬਿਲਕੁਲ।
ਪਾਣੀ ਪ੍ਰਾਣ ਪਵਨ ਬੰਧ ਰਾਖੇ। ਵੀ ਹੈਰਾਨੀ ਹੁੰਦੀ ਹੈ, ਪਾਣੀ ਦੇ ਨਾਲ, ਹਵਾ ਦੇ ਨਾਲ ਇਹ ਜਿਹੜੇ ਪ੍ਰਾਣ ਸਾਡੇ ਸਰੀਰ ਦੇ ਚੱਲ ਰਹੇ ਨੇ। ਚੰਦ ਸੂਰਜ ਮੁਖ ਦੀਏ, ਚੰਦ ਸੂਰਜ ਭਾਵ ਗਰਮੀ ਅਤੇ ਠੰਡਕ ਸਾਡੇ ਸਰੀਰ ਦੇ ਅੰਦਰ ਮੌਜੂਦ ਹੈ। ਮਰਨ ਜੀਵਨ ਕੋ ਧਰਤੀ ਦੇਨੀ ਏਤੇ ਗੁਣ ਵਿਸਰੇ। ਸਾਡਾ ਤਾਂ ਭਾਈ ਉਹ ਗੋਰਖ ਹੈ, ਸਾਡਾ ਵੱਡਾ ਉਹ ਜੋਗੀ ਹੈ ਜਿਹਨੇ ਸਾਨੂੰ ਧਰਤੀ ਦਿੱਤੀ ਹੈ, ਜਨਮ ਤੋਂ ਲੈ ਕੇ ਮਰਨ ਤੱਕ ਸਾਰੀਆਂ ਸਹੂਲਤਾਂ ਜਿਹਨੇ ਸਾਨੂੰ ਦੇ ਦਿੱਤੀਆਂ ਨੇ ਜੀ। ਇੱਥੇ ਨਾ ਇੱਕ ਪੰਕਤੀ ਜਿਹੜੀ ਅਗਲੀ ਮੈਂ ਪੜ੍ਹਨ ਲੱਗਿਆ, ਹਾਂਜੀ, ਕਾਗਦ ਲੂਣ ਰਹਿ ਕਿਰਤ ਸੰਗੇ। ਕਈ ਵਾਰੀ ਆਪਾਂ ਸੁਣਦੇ ਹਾਂ ਕਿ ਕਾਗਜ਼ ਦੇ ਉੱਤੇ ਪਾਣੀ ਦਾ ਤੁਪਕਾ ਪੈ ਜਾਵੇ ਤੇ ਉਹ ਕਾਗਜ਼ ਬਰਬਾਦ ਹੋ ਜਾਂਦਾ, ਫਿਰ ਉਹਦੀ ਕੋਈ ਕੀਮਤ ਨਹੀਂ ਰਹਿੰਦੀ। ਗੁਰੂ ਨਾਨਕ ਸਾਹਿਬ ਕਿਹੋ ਜੀ ਗੱਲ ਕਹਿ ਰਹੇ ਨੇ, ਕਾਗਜ਼ ਨੂੰ ਜੇ ਤੇ ਲੂਣ ਨੂੰ ਘਿਓ ਦੇ ਨਾਲ ਇਹਨੂੰ ਠੰਡਾ ਕਰ ਦਈਏ ਨਾ, ਭਾਵੇਂ ਲੂਣ ਵੀ ਹੈ, ਲੂਣ ਵੀ ਪਾਣੀ 'ਚ ਖੁਰ ਜਾਂਦਾ ਹੈ, ਕਾਗਜ਼ ਵੀ ਪਾਣੀ 'ਚ ਖੁਰ ਜਾਂਦਾ ਝਟਪਟ, ਪਰ ਜੇ ਇਹਨਾਂ ਨੂੰ ਘਿਓ ਦੇ ਵਿੱਚ ਠੰਡੇ ਕਰ ਦਈਏ ਤਾਂ ਭਾਵੇਂ ਪਾਣੀ 'ਚ ਰੱਖ ਦਈਏ ਇਹ ਖਰਾਬ ਨਹੀਂ ਹੁੰਦੇ। ਤੇ ਇਸੇ ਤਰ੍ਹਾਂ ਕਮਲ ਫੁੱਲ ਪਾਣੀ ਦੇ ਵਿੱਚ ਖਰਾਬ ਨਹੀਂ ਹੁੰਦਾ। ਤੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਉਹ ਭਾਈ ਐਸੇ ਭਗਤ ਮਿਲੇ ਜਨ ਨਾਨਕ ਤਿੰਨ ਜਮ ਕਿਆ ਕਰੈ। ਇਸੇ ਤਰ੍ਹਾਂ ਸਾਡਾ ਸੇਵਕ, ਸਾਡਾ ਸਾਥੀ, ਸਾਡਾ ਇਨਸਾਨ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਜਿਵੇਂ ਕਮਲ ਦਾ ਫੁੱਲ ਪਾਣੀ 'ਚ ਵੀ ਨਿਰਲੇਪ ਹੈ, ਜਿਵੇਂ ਲੂਣ ਅਤੇ ਕਾਗਜ਼ ਪਾਣੀ 'ਚ ਵੀ ਬਰਬਾਦ ਨਹੀਂ ਹੁੰਦੇ। ਉਹ ਘਿਓ ਉਹਨਾਂ ਨੇ ਲਾ ਲਿਆ ਮਾਨੋ, ਤੇ ਉਹਨਾਂ ਦੇ ਸਰੀਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਣਾ, ਮਨ ਦੇ ਵਿੱਚ ਕੋਈ ਵਿਕਾਰ ਪੈਦਾ ਨਹੀਂ ਹੋਣਾ। ਇਹ ਜਿਹੜੀਆਂ ਵਿਗਿਆਨਕ ਗੱਲਾਂ ਗੁਰੂ ਨਾਨਕ ਸਾਹਿਬ ਨੇ ਸਮਝਾਈਆਂ ਨੇ, ਇਹ ਹੈਰਾਨੀ ਕਰਦੀਆਂ ਨੇ। ਇੰਨਾ ਲੰਮਾ ਸਮਾਂ ਪਹਿਲਾਂ ਉਹਨਾਂ ਨੂੰ ਇਹਨਾਂ ਦਾ ਕਿੰਨਾ ਵਧੀਆ ਗਹਿਰਾਈ ਤੱਕ ਪਤਾ ਸੀ। ਬਿਲਕੁਲ ਜੀ, ਇਹ ਬਹੁਤ ਜਿਹੜਾ ਸੁਚਾਰੂ ਪੱਖ ਹੈ ਸਾਡੀ ਜ਼ਿੰਦਗੀ ਦਾ। ਜਦੋਂ ਅਸੀਂ ਇਹਨਾਂ ਗੱਲਾਂ ਨੂੰ ਨਾਲ ਰੱਖ ਲਵਾਂਗੇ, ਸਾਡੀ ਕਾਗਜ਼ ਵਰਗੀ ਜ਼ਿੰਦਗੀ ਆ, ਪਰ ਜਿਹੜਾ ਅਸੂਲ ਦਾ, ਜਿਹੜਾ ਨੀਤੀਵਾਨ ਹੋਣ ਦਾ, ਚੰਗੇ ਰਾਹ ਤੇ ਚੱਲਣ ਵਾਲਾ ਜਿਹੜਾ ਘਿਓ ਆ, ਜਦੋਂ ਸਾਡੇ ਜੀਵਨ ਵਿੱਚ ਆ ਜਾਏਗਾ, ਜਦੋਂ ਅਸੀਂ ਨੇਮਬੱਧ ਹੋ ਜਾਾਂਗੇ, ਤਾਂ ਇਹਦਾ ਮਤਲਬ ਅਸੀਂ ਗਲਾਂਗੇ ਨਹੀਂ, ਸੜਾਂਗੇ ਨਹੀਂ। ਸਾਡੇ ਵਿੱਚੋਂ ਖੁਸ਼ਬੂ ਜਿਹੜੀ ਆ ਹਮੇਸ਼ਾ ਦੀ ਤਰ੍ਹਾਂ ਪਰਪੱਕਤਾ ਵਾਲੀ ਬਣੀ ਰਹੇਗੀ। ਇੱਜ਼ਤਦਾਰ ਅਸੀਂ ਆਪਣੇ ਆਪ ਨੂੰ ਇੱਥੇ ਅਖਵਾ ਸਕਾਂਗੇ। ਇਹ ਚਰਚਾ ਭਾਵੇਂ ਜਿਹੜੀ ਸ਼ਬਦ ਦੇ ਦੁਆਰਾ ਹੋਈ ਤੇ ਉਹਨਾਂ ਦੀ ਗੱਲਬਾਤ ਦਾ ਆਪਾਂ ਕਿੱਸਾ ਕੀਤਾ, ਸਾਡਾ ਮੇਨ ਜਿਹੜਾ ਪੁਆਇੰਟ ਸੀ ਇੱਥੇ ਚਮਤਕਾਰ ਨੂੰ ਉਸ ਪੱਖ ਨੂੰ ਰੱਖਣਾ ਸੀ ਕਿ ਗੁਰੂ ਨਾਨਕ ਪਾਣੀ ਤੇ ਤੁਰਦੇ ਆ, ਗੁਰੂ ਨਾਨਕ ਉਹਨਾਂ ਦੇ ਕੋਲ ਪਾਣੀ ਦੇ ਉੱਤੇ ਬਹਿ ਜਾਂਦੇ ਆ ਤੇ ਨਾਲ ਉਹਨਾਂ ਦੇ ਪਾਣੀ ਦੇ ਉੱਤੇ ਬੈਠ ਕੇ ਉਹਨਾਂ ਦੀ ਚਰਚਾ ਚੱਲਦੀ ਰਹਿੰਦੀ ਹੈ। ਦੇਖੋ, ਕਿਸ਼ਤੀਆਂ ਚੱਲਦੀਆਂ ਨੇ, ਬੋਟਿੰਗ ਕਰਦੇ ਆ, ਬਹੁਤ ਕੁਛ ਅੱਜ ਕੱਲ ਏਦਾਂ ਦੇ ਕੱਪੜੇ ਵੀ ਆ ਗਏ ਆ, ਸੂਟ ਆ ਗਏ ਜਿਹਦੇ ਨਾਲ ਅਸੀਂ ਡੁੱਬਦੇ ਨਹੀਂ ਆ, ਏਦਾਂ ਦੀਆਂ ਚੀਜ਼ਾਂ ਆਈਆਂ ਹੋਈਆਂ। ਪਰ ਗੱਲ ਇੱਥੇ ਇਹਨਾਂ ਦੇ ਧਾਰਮਿਕ ਤੌਰ ਤੇ ਉਹਨਾਂ ਨੂੰ ਖਾਸ ਸ਼ਖਸੀਅਤਾਂ ਦਿਖਾਉਣ ਦੇ ਲਈ ਏਦਾਂ ਦਾ ਜਿਹੜਾ ਹੈਗਾ ਉਹ ਪ੍ਰਕਰਨ ਇਹਨਾਂ ਨੇ ਲਿਖ ਦਿੱਤਾ ਹੈ। ਅਗਲੀ ਗੱਲ ਵੱਲ ਵੱਧਦੇ ਆ। ਕਹਿੰਦੇ ਇੱਕ ਝੰਡਾ ਤਰਖਾਣ ਜਿਹੜਾ ਕਿ ਜਿਹਨੂੰ ਵਾਢੀ ਲਿਖਿਆ ਗਿਆ, ਉਹ ਗੁਰੂ ਪਾਤਸ਼ਾਹ ਦਾ ਬੜਾ ਵਧੀਆ ਸੇਵਕ ਸੀ। ਗੁਰੂ ਸਾਹਿਬ ਉੱਥੇ ਪਹੁੰਚਦੇ ਵੀ ਆ, ਕਹਿੰਦੇ ਗੁਰੂ ਸਾਹਿਬ ਨਾਲ ਗੱਲਬਾਤ ਵੀ ਹੁੰਦੀ ਹੈ। ਉਹ ਸੇਵਕ ਜਿਹੜਾ ਬੜੀ ਸੇਵਾ ਕਰਦਾ ਹੈ, ਬਹੁਤ ਪੁੱਜ ਕੇ ਜਦੋਂ ਕਹਿੰਦੇ ਉਹਨੇ ਸੇਵਾ ਕੀਤੀ ਦਾ, ਪਰ ਗੁਰੂ ਨਾਨਕ ਨੇ ਜਾਂਦਿਆਂ ਜਾਂਦਿਆਂ ਉਹਨਾਂ ਦਾ ਜਿਹੜੀ ਛੋਟੀ ਮੋਟੀ ਛਪਰੀ ਸੀ, ਕਹਿ ਲਓ ਛੋਟਾ ਮੋਟਾ ਘਰ ਸੀ ਉਹਨਾਂ ਦਾ, ਉਹ ਵੀ ਤੜਵਾ ਦਿੱਤਾ, ਔਰ ਨਾਲੇ ਉਹਨਾਂ ਦਾ ਮੰਜਾ ਵੀ ਤੋੜਤਾ ਜਿਹਦੇ ਤੇ ਬਹਿ ਕੇ ਰੋਟੀ ਖਾਧੀ ਸੀ। ਤੇ ਉਹ ਹੱਕਾ ਬੱਕਾ ਰਹਿ ਗਿਆ। ਇਧਰੋਂ ਮਰਦਾਨਾ ਜੀ ਸਵਾਲ ਕਰਦੇ ਆ ਕਿ ਗੁਰੂ ਪਾਤਸ਼ਾਹ ਇਹ ਕੀ ਕੀਤਾ ਤੁਸੀਂ, ਵੀ ਇਹ ਸਾਰਾ ਕੁਛ ਇਹਨੇ ਇੰਨਾ ਕੁਛ ਦਿੱਤਾ। ਪਰ ਅੱਗੋਂ ਬਾਬਾ ਜੀ ਨੇ ਜਵਾਬ ਦਿੱਤਾ ਵੀ ਹੁਣ ਜਿਹੜਾ ਮੰਜਾ ਜਿਹਦਾ ਢਾਇਆ, ਇੱਥੇ ਵੱਡੇ ਵੱਡੇ ਜਿਹੜੇ ਨੇ ਉਹ ਬੈੱਡ ਲੱਗਣਗੇ, ਮਤਲਬ ਤਖਤ ਸੱਜਣਗੇ, ਔਰ ਨਾਲ ਬੜੀ ਸੋਹਣੀ ਇਹਨਾਂ ਦੀਆਂ ਬਿਲਡਿੰਗਾਂ ਬਣਨੀਆਂ, ਮਹਿਲ ਉਸਰਨਗੇ। ਇਹਦੇ ਬਾਰੇ ਬਾਪੂ ਜੀ ਤੁਹਾਡਾ ਸਾਖੀ ਬਾਰੇ ਕੀ ਕਹਿਣਾ ਜੀ? ਇੱਥੇ ਇਹ ਸਾਖੀ ਵੱਲ ਆਪਾਂ ਝੰਡਾ ਵਾਢੀ ਵਾਲੀ ਵੱਲ ਮੁੜ ਕੇ ਆਉਨੇ ਆ, ਪਰ ਇੱਥੇ ਜਿਹੜੀ ਪਹਿਲਾਂ ਇਹਦੇ ਨਾਲ ਹੋਰ ਜੁੜੀਆਂ ਹੋਈਆਂ ਇਹਨਾਂ ਹੀ ਸਾਖੀਆਂ ਦੇ ਵਿੱਚ, ਖਾਸ ਕਰਕੇ ਬਾਲੇ ਵਾਲੀ ਜਨਮ ਸਾਖੀ 'ਚ ਬਹੁਤ ਕੁਝ ਲਿਖਿਆ ਹੋਇਆ ਹੈ ਜੀ। ਉਹ ਇੱਕ ਗੁਰਦਾਸਪੁਰ ਜ਼ਿਲ੍ਹੇ ਤੋਂ ਬੀਬੀ ਗੁਰਬਚਨ ਕੌਰ ਹੈ, ਉਹਨੇ ਬਾਲੇ ਵਾਲੀ ਜਨਮ ਸਾਖੀ ਤੇ PhD ਕੀਤੀ ਸੀ। ਕੁਝ ਸਾਲ ਪਹਿਲਾਂ ਮੈਂ ਉਹਦੇ ਨਾਲ ਫੋਨ ਤੇ ਵੀ ਗੱਲ ਕੀਤੀ। ਉਹਦੇ ਹੱਕ ਦੇ ਵਿੱਚ ਸਪੋਕਸਮੈਨ ਅਖਬਾਰ ਦੇ ਵਿੱਚ ਮੈਂ ਲੇਖ ਵੀ ਲਿਖਿਆ। ਉਹਨੇ ਫਿਰ ਮੇਰਾ ਬਹੁਤ ਆਦਰ ਕੀਤਾ ਕਿ ਸ਼ੁਕਰ ਹੈ ਤੁਸੀਂ ਸਾਰੇ ਪੰਜਾਬ ਦੇ ਵਿੱਚੋਂ ਮੇਰੀ ਇਸ ਬਾਲੇ ਵਾਲੀ ਜਨਮ ਸਾਖੀ ਲਿਖਣ ਤੇ ਮੇਰੀ ਪ੍ਰਸ਼ੰਸਾ ਕੀਤੀ, ਨਹੀਂ ਤਾਂ ਮੈਨੂੰ ਲਾਹਣਤ ਹੀ ਲਾਹਣਤਾਂ ਲੋਕਾਂ ਨੇ ਪਾਈਆਂ ਨੇ। ਮੈਂ ਤਾਂ ਅਸਲੀ ਸੱਚ ਬਾਲੇ ਦਾ ਤੁਹਾਡੇ ਸਾਹਮਣੇ ਲਿਆਂਦਾ। ਮੇਰੀ ਮਨਸਾ ਗੁਰੂ ਨਾਨਕ ਦਾ ਅਪਮਾਨ ਕਰਨੀ ਨਹੀਂ ਸੀ। ਮੈਂ ਤਾਂ ਇਹ ਦੱਸਣਾ ਚਾਹੁੰਦੀ ਸੀ ਕਿ ਇਹਨਾਂ ਬਾਲੇ ਵਰਗਿਆਂ ਨੇ ਗੁਰੂ ਨਾਨਕ ਦਾ ਕਿੰਨਾ ਅਪਮਾਨ ਕੀਤਾ ਹੈ। ਬਿਲਕੁਲ। ਤੇ ਉਹ ਜਦੋਂ ਅੱਗੇ ਚੱਲ ਗਈ, ਕਿਉਂਕਿ ਭਾਸ਼ਾ ਵਿਭਾਗ ਵਾਲੇ ਉਸ ਬੀਬੀ ਦੀ ਲਿਖੀ PhD ਦਾ ਜਿਹੜਾ ਥੀਸਿਸ ਸੀ ਬਾਲੇ ਵਾਲੀ ਜਨਮ ਸਾਖੀ ਤੇ ਉਹਦਾ ਲਿਖਿਆ ਹੈ ਬੀਬੀ ਦਾ, ਤੇ ਉਹ ਭਾਸ਼ਾ ਵਿਭਾਗ ਵਾਲੇ ਛਾਪ ਰਹੇ ਸੀ ਪੰਜਾਬ ਸਰਕਾਰ ਵੱਲੋਂ, ਤੇ ਇੱਥੇ ਪਟਿਆਲੇ ਉਹਨਾਂ ਦਾ ਹੈੱਡਕੁਆਟਰ ਹੈ। ਤੇ ਜਦੋਂ ਰੌਲਾ ਰੱਪਾ ਪਿਆ, ਮੈਂ ਇਹਦੇ ਬਿਆਨ ਦੇ ਤੇ ਅਖਬਾਰ ਨੂੰ, ਸਪੋਕਸਮੈਨ ਦੇ ਪੱਤਰਕਾਰ ਨੂੰ, ਉਹ ਵੱਡੇ ਪੈਮਾਨੇ ਤੇ ਸਪੋਕਸਮੈਨ ਨੇ ਅਖਬਾਰ 'ਚ ਖਬਰ ਛਪਵਾਤੀ।
ਲੋਕੀ ਇੱਥੇ ਮੁਜ਼ਾਹਰੇ ਕਰਨ ਲੱਗ ਪਏ ਭਾਸ਼ਾ ਵਿਭਾਗ ਦੇ ਦਫ਼ਤਰ ਦੇ ਅੱਗੇ, ਤੇ ਇਹਨਾਂ ਨੇ ਫਿਰ ਸ਼੍ਰੋਮਣੀ ਕਮੇਟੀ ਨੇ ਪ੍ਰੈਸ਼ਰ ਪਾਇਆ ਤੇ ਉੱਥੋਂ ਅਵਤਾਰ ਸਿੰਘ ਮੱਕੜ ਦਾ ਬਿਆਨ ਆਇਆ, ਨਹੀਂ ਤਾਂ ਬਹੁਤ ਇੱਥੇ ਖੂਨ ਖਰਾਬਾ ਹੋ ਜਾਊਗਾ, ਇਹ ਕਿਤਾਬ ਨੂੰ ਰੱਦ ਕਰੋ, ਇਹਨੂੰ ਖਤਮ ਕਰੋ। ਇਹਨਾਂ ਨੇ ਫਿਰ 500-600 ਕਿਤਾਬਾਂ ਜਿਹੜੀਆਂ ਬਚੀਆਂ ਹੋਈਆਂ ਸੀ ਭਾਸ਼ਾ ਵਿਭਾਗ ਵਾਲਿਆਂ ਨੇ ਲੋਕਾਂ ਦੇ ਸਾਹਮਣੇ ਬਾਹਰ ਸੁੱਟ ਕੇ ਅੱਗ ਲਾਤੀ ਤੇ ਲਿਖਤੀ ਤੌਰ ਤੇ ਪਬਲਿਕ ਤੋਂ, ਜਨਤਾ ਤੋਂ, ਗੁਰੂ ਤੋਂ, ਜਿਵੇਂ ਕਿ ਰਸਮੀ ਤੌਰ ਤੇ ਫਿਰ ਮਾਫੀ ਮੰਗੀ ਕਿ ਸਾਤੋਂ ਗਲਤੀ ਹੋ ਗਈ, ਅੱਗੇ ਤੋਂ ਇਹ ਕਿਤਾਬ ਅਸੀਂ ਇਹੋ ਜੀ ਨਹੀਂ ਛਾਪਾਂਗੇ। ਤਾਂ ਉਹਦੇ ਪਿਛੋਕੜ ਦੇ ਵਿੱਚ ਸਰਦਾਰ ਕੁਲਵੀਰ ਸਿੰਘ ਕੌੜਾ ਨੇ ਤੇ ਸਿੱਖ ਵੀ ਨਿਕਲਿਆ ਗਿਆ, ਉਹਦੇ ਵਿੱਚ ਬਕਾਇਦਾ ਹਵਾਲਾ ਦਿੱਤਾ ਹੈ ਕਿ ਝੰਡਾ ਵਾਢੀ ਕੋਲੇ ਗੁਰੂ ਨਾਨਕ ਜਦੋਂ ਠਹਿਰੇ ਨੇ ਉੱਥੇ ਇੰਨੀ ਗੰਦੀ ਘਟਨਾ ਵਾਪਰੀ ਦਿਖਾਈ ਗਈ ਹੈ ਸਾਖੀ 'ਚ, ਜਿਹੜੀ ਕਿ ਮੈਂ ਵੀ ਇੱਥੇ ਬਿਆਨ ਨਹੀਂ ਕਰਨਾ ਚਾਹੁੰਦਾ, ਸਿਰਫ ਤੁਹਾਨੂੰ ਇਸ਼ਾਰਾ ਮਾਤਰ ਕਰਨਾ ਕਿ ਗੁਰੂ ਸਾਹਿਬ ਦਾ ਸਿਰੇ ਦਾ ਅਪਮਾਨ ਇੱਥੇ ਝੰਡਾ ਵਾਢੀ ਦੇ ਘਰ ਕੀਤਾ ਗਿਆ। ਤੇ ਇੱਥੇ ਇਹੀ ਕਹਿ ਸਕਦੇ ਹਾਂ ਕਿ ਇਸੇ ਗੁੱਸੇ ਦੇ ਵਿੱਚ ਸ਼ਾਇਦ ਜਿਵੇਂ ਸਾਖੀਕਾਰ ਲਿਖਦਾ ਫਿਰ ਉਹ ਮੰਜੀ ਤੋੜ ਦਿੱਤੀ ਗਈ ਤੇ ਉਹਦਾ ਘਰ ਢਾਹ ਦਿੱਤਾ ਗਿਆ ਤੇ ਇਹ ਗੁਰੂ ਨਾਨਕ ਸਾਹਿਬ ਦਾ ਅਪਮਾਨ ਕਰਕੇ ਝੰਡਾ ਵਾਢੀ ਦਾ ਸਾਰਾ ਕੁਝ ਤਬਾਹ ਕਰਨ ਦਾ ਸਾਖੀਕਾਰ ਨੇ ਨਾਟਕ ਰਚਿਆ। ਅਸਲ ਦੇ ਵਿੱਚ ਇਸ ਤਰ੍ਹਾਂ ਕੁਝ ਵੀ ਨਹੀਂ ਹੋਇਆ। ਗੁਰੂ ਨਾਨਕ ਸਾਹਿਬ ਕਿਸੇ ਦੇ ਘਰ ਜਾ ਕੇ ਨਾ ਤਾਂ ਉਹਦੇ ਜਿਹੜੇ ਪਰਿਵਾਰ ਦੇ ਔਰਤਾਂ ਨੇ ਉਹਨਾਂ ਵੱਲ ਕੋਈ ਭੈੜੀ ਨਜ਼ਰ ਨਾਲ ਵੇਖਣਗੇ ਤੇ ਨਾ ਉਹਨਾਂ ਦਾ ਘਰ ਢਾਉਣਗੇ, ਨਾ ਉਹਨਾਂ ਦਾ ਕੋਈ ਸ਼ਰਾਪ ਦੇਣਗੇ, ਪਰ ਸਾਖੀਕਾਰਾਂ ਨੇ ਇਹੋ ਜਿਹਾ ਕੁਝ ਵੀ ਇੱਥੇ ਝੰਡਾ ਵਾਢੀ ਦੇ ਰਾਹੀਂ ਗੁਰੂ ਨਾਨਕ ਸਾਹਿਬ ਨਾਲ ਬਾਲੇ ਵਾਲੀ ਜਨਮ ਸਾਖੀ 'ਚ ਜੋੜਿਆ ਹੋਇਆ। ਤੇ ਬਾਬਾ ਰਾਤ ਕੋ ਸੁੱਤਾ ਵਾਢੀ ਪਰਿਵਾਰ ਨੇ ਬਹੁਤ ਸੇਵਾ ਕੀਤੀ, ਸਵੇਰ ਨੂੰ ਗੁਰੂ ਸਾਹਿਬ ਨੇ ਮੰਜੀ ਤੋੜ ਦਿੱਤੀ, ਝੁੱਗੀ ਢਾਹ ਦਿੱਤੀ, ਉਹਨਾਂ ਦਾ ਪਰਿਵਾਰ ਬਹੁਤ ਦੁਖੀ ਹੋਇਆ। ਬਾਬਾ ਚਲਾ ਗਿਆ ਪਰ ਮਰਦਾਨੇ ਨੇ ਪੁੱਛਿਆ ਕਿ ਤੁਸੀਂ ਇਹਨਾਂ ਦੀ ਝੁੱਗੀ ਕਿਉਂ ਢਾਹੀ, ਮੰਜੀ ਕਿਉਂ ਤੋੜੀ? ਗੁਰੂ ਨਾਨਕ ਸਾਹਿਬ ਕਹਿੰਦੇ ਨੇ ਭਾਈ ਆਉਣ ਵਾਲੇ ਸਮੇਂ 'ਚ ਇੱਥੇ ਮਹਿਲ ਬਣਨਗੇ ਬਹੁਤ ਵੱਡੇ ਵੱਡੇ, ਤੇ ਜਿੱਥੇ ਇਹਨਾਂ ਦੇ ਇਸ ਮੰਜੇ ਦੇ ਚਾਰੇ ਪਾਵੇ ਸੀ ਉਹਦੇ ਹੇਠਾਂ ਬਹੁਤ ਜ਼ਿਆਦਾ ਦੌਲਤ ਹੈ, ਇਹ ਲੱਖਪਤੀ ਬਣ ਜਾਣਗੇ, ਬੜੇ ਅਮੀਰ ਬਣ ਜਾਣਗੇ, ਮੈਂ ਇਸ ਕਰਕੇ ਕੀਤਾ ਹੈ। ਹੁਣ ਭਲੇ ਮਾਨਸਾ ਨੂੰ ਸਾਖੀਕਾਰ ਨੂੰ ਪੁੱਛਣ ਵਾਲਾ ਹੋਵੇ ਤੇ ਜੇ ਇਹੋ ਹੀ ਕੰਮ ਕਰਨਾ ਹੈ, ਪਰਿਵਾਰ ਨੂੰ ਬਿਠਾ ਕੇ ਕਹਿ ਦਿਓ ਕਿ ਭਾਈ ਇੱਥੇ ਟੋਆ ਪੁੱਟ ਲਓ, ਇੱਥੇ ਸੋਨਾ ਪਿਆ ਤੇ ਕੱਢ ਲਓ, ਤੁਸੀਂ ਉਹਦੇ ਨਾਲ ਆਪਣਾ ਮਹਿਲ ਬਣਾ ਲਓ, ਇਸ ਮੰਜੀ ਦਾ ਤੁਸੀਂ ਪਲੰਗ ਬਣਾ ਲਓ, ਪਰ ਉਹ ਉਸ ਤਰ੍ਹਾਂ ਨਹੀਂ ਸੁਣਾਉਣਾ। ਇਹਨਾਂ ਨੇ ਇੰਨਾ ਘਟੀਆ ਤਰੀਕੇ ਨਾਲ ਸਾਖੀ ਪੇਸ਼ ਕੀਤੀ ਹੈ ਜਿਹੜਾ ਕਿ ਸਾਨੂੰ ਸੁਣਾਉਣ ਲੱਗੇ ਵੀ ਬੇਅੰਤ ਸ਼ਰਮ ਆਉਂਦੀ ਹੈ। ਬਿਲਕੁਲ ਇਹ ਜੇ ਕੋਈ ਬੋਲੇ ਸੱਚ ਕੂੜਾ ਜਲ ਜਾਵੇ ਵਾਲੀ ਗੱਲ ਆ। ਜਿਵੇਂ ਕੋਈ ਵੀ ਕੁਛ ਲਿਖਣ ਦੀ ਕੋਸ਼ਿਸ਼ ਕਰਦਾ, ਕੁਝ ਚੰਗਾ ਬੋਲਣ ਦੀ ਕੋਸ਼ਿਸ਼ ਕਰਦਾ ਤੇ ਉਹਨੂੰ ਅਪਮਾਨਿਤ ਕੀਤਾ ਜਾਂਦਾ, ਉਹਨੂੰ ਸਮਾਜ ਦੇ ਵਿੱਚ ਇਹ ਵਿਖਾਇਆ ਜਾਂਦਾ ਕਿ ਇਹਨਾਂ ਨੂੰ ਅਕਲ ਨਹੀਂ ਹੈ, ਠੀਕ ਰਾਹ ਤੇ ਨਹੀਂ ਚੱਲ ਰਹੇ, ਇਹਨਾਂ ਨੇ ਸਮਾਜ ਵਿਗਾੜ ਦਿੱਤਾ, ਇਹ ਨਾਮ ਸਿਮਰਨ ਨਹੀਂ ਕਰਨ ਦਿੰਦੇ, ਇਹ ਲੋਕਾਂ ਨੂੰ ਗੁਰੂ ਨਾਨਕ ਦੇ ਸ਼ਰਧਾ ਨਹੀਂ ਰੱਖਣ ਦਿੰਦੇ। ਅਜਿਹੀਆਂ ਗੱਲਾਂ ਜਿਹੜੀਆਂ ਬਹੁਤ ਸਾਰੀਆਂ ਸਰੋਤਿਓ ਤੁਸੀਂ ਸੁਣਦੇ ਰਹਿੰਦੇ ਹੋ। ਔਰ ਇਹ ਇਲਜ਼ਾਮ ਜਿਹੜੇ ਅਕਸਰ ਮੈਂ ਸਿੱਧੇ ਤੌਰ ਤੇ ਜੇ ਸਵਾਲ ਵੀ ਕਰਾਂ, ਜਿਨ੍ਹਾਂ ਨੇ ਜਿਵੇਂ ਮੱਕੜ ਜੀ ਦਾ ਤੁਸੀਂ ਚਰਚਾ ਕੀਤਾ ਕਿ ਉਹਨਾਂ ਨੇ ਮੱਕੜ ਹੋਣਾ ਨੇ ਫੋਨ ਕਰਕੇ ਤੇ ਇਹਨਾਂ ਨੂੰ ਰੁਕਵਾਇਆ ਵੀ ਇਹ ਕਿਤਾਬ ਨੂੰ ਰੋਕੋ ਤੇ ਏਦਾਂ ਕਰੋ, ਪਰ ਜਦੋਂ ਉਹਨਾਂ ਨੇ ਖੁਦ ਹਿੰਦੀ ਹਿਸਟਰੀ ਦੀ ਗੱਲ ਹੈ, 7ਵੇਂ ਪਾਤਸ਼ਾਹ ਦੇ 7 ਵਿਆਹ ਕਰਨ ਵਾਲੀਆਂ ਕਿਤਾਬਾਂ, ਮਾਤਾ ਭਾਗ ਕੌਰ ਦੀ ਆਪਾਂ ਪਿੱਛੇ ਗੱਲਬਾਤ ਸੁਣੀ ਹੈ, ਰੋਜ਼ ਹਿਸਟਰੀ ਦੇ ਨਵੇਂ ਹਵਾਲੇ ਜਿਹੜੇ ਅਸੀਂ ਤੁਹਾਡੇ ਸਾਹਮਣੇ ਰੱਖੇ ਆ ਇਤਿਹਾਸ ਦੇ ਵਿੱਚੋਂ, ਭਾਵੇਂ ਪਾਤਸ਼ਾਹੀ 6ਵੀਂ ਤੇ ਪਾਤਸ਼ਾਹੀ 10ਵੀਂ ਦਾ ਗੁਰਬਿਲਾਸ ਰੂਪ ਹੋਵੇ, ਭਾਵੇਂ ਉਹ ਸੰਤੋਖ ਸਿੰਘ ਚੂੜਾਮਣੀ ਦੀ ਕ੍ਰਿਤ ਹੋਵੇ, ਕਿਸੇ ਦੀ ਵੀ ਹੋਵੇ, ਪਰ ਇੰਨਾ ਕੁ ਕੂੜ ਤੇ ਕੁਫਰ ਤੋਲਿਆ ਹੋਇਆ ਉਹਨਾਂ ਕਿਤਾਬਾਂ ਦੇ ਵਿੱਚ। ਉਹ ਉਸ ਵਾਰੀ ਸ਼੍ਰੋਮਣੀ ਕਮੇਟੀ ਕਿਉਂ ਸੁੱਤੀ ਰਹਿੰਦੀ ਹੈ? ਸਾਡਾ ਮੇਨ ਸਵਾਲ ਇਹ ਰਹਿੰਦਾ, ਜੇ ਕੋਈ ਕੁਝ ਚੰਗਾ ਲਿਖ ਦਿੰਦਾ ਤੇ ਉਹਦੇ ਤੇ ਓਬਜੈਕਸ਼ਨ ਕਿਉਂ? ਔਰ ਜਦੋਂ ਅਸੀਂ ਆਪ ਸੁਰਖਰੂ ਨਹੀਂ ਹੈਗੇ, ਆਪ ਸਾਡੇ ਤੋਂ ਇੰਨਾ ਕੋਈ ਚੰਗੀ ਨੀਤੀਵਾਨ, ਕੋਈ ਸਾਡਾ ਮਾਰਗਦਰਸ਼ਨ ਜਿਹੜਾ ਅੱਜ ਤੱਕ ਸਮਾਜ ਦੇ ਭਲੇ ਦਾ ਕੁਛ ਨਹੀਂ ਵੇਖਣ ਨੂੰ ਮਿਲਿਆ, ਹਾਲਾਂਕਿ ਬਜਟ ਸਾਡੇ ਐਡੇ ਐਡੇ ਵੱਡੇ ਆ ਔਰ ਕੁਛ ਵੀ ਉਹਦੇ ਵਿੱਚ ਕੋਈ ਸਮਾਜਿਕ ਰੂਪ, ਕੋਈ ਸਿੱਖਣ ਨੂੰ, ਕੋਈ ਸੇਧ ਮਿਲਣ ਨੂੰ ਕੋਈ ਗੁਰਦੁਆਰਿਆਂ ਦੇ ਵਿੱਚੋਂ ਨਹੀਂ ਹੈਗਾ। ਉਹ ਪਾਰਟ ਅਸੀਂ ਜਿਹੜੇ ਖਤਮ ਕੀਤੇ ਗਏ ਆ। ਇੱਥੇ ਜੀ ਮੇਰੇ 1 ਸਕਿੰਡ ਤੁਹਾਡੀ ਗੱਲ ਵਿਚਾਲੇ, ਇਹਨੂੰ ਯਾਦ ਰੱਖਿਓ ਥੋੜਾ ਜਿਹਾ। ਇੱਕ ਸਿੱਖ ਇਤਿਹਾਸ ਨਾਮ ਦੀ ਕਿਤਾਬ ਸ਼੍ਰੋਮਣੀ ਕਮੇਟੀ ਨੇ ਖੁਦ ਛਾਪੀ ਸੀ ਤੇ ਬੇਅੰਤ ਵੱਡੇ ਪੈਮਾਨੇ ਤੇ ਉਹ ਵੰਡੀ ਸੀ, ਤੇ ਬਾਅਦ ਦੇ ਵਿੱਚ ਪਰਮਜੀਤ ਸਿੰਘ ਸਰਨਾ ਤੇ ਦਿੱਲੀ ਵਾਲਿਆਂ ਨੇ ਉਹਨੂੰ ਦੁਬਾਰਾ ਛਾਪ ਕੇ ਤੇ ਕਮੀਆਂ ਪੇਸ਼ੀਆਂ ਸਾਹਮਣੇ ਲਿਆ ਕੇ ਕਿ ਇਸ ਕਿਤਾਬ ਦੇ ਵਿੱਚ ਆਹ ਗੁਰੂ ਸਾਹਿਬ ਦਾ ਅਪਮਾਨ ਕੀਤਾ, ਇਉਂ ਕੀਤਾ, ਉਹ ਸਾਰਾ ਅਪਮਾਨਤ ਵਾਲੀਆਂ ਟਿੱਪਣੀਆਂ ਕੱਢ ਕੇ ਦਿੱਲੀ ਕਮੇਟੀ ਵਾਲਿਆਂ ਨੇ, ਸਰਨੇ ਹੋਰਾਂ ਨੇ ਛਾਪ ਕੇ ਵੱਡੇ ਪੈਮਾਨੇ ਤੇ ਵੰਡੀਆਂ ਨੇ। ਮੇਰੇ ਕੋਲੇ ਉਹ ਕਾਪੀਆਂ ਬਕਾਇਦਾ ਮੂਲ ਰੂਪ ਦੇ ਵਿੱਚ ਮੌਜੂਦ ਪਈ ਹੈ ਤੇ ਉਹਦੇ ਵਿੱਚ ਇੱਕ ਗੱਲ ਜਿਹੜੀ ਕਿ ਸ਼੍ਰੋਮਣੀ ਕਮੇਟੀ ਨੇ ਖੁਦ ਗੁਰੂ ਸਾਹਿਬ ਦਾ ਰੱਜ ਕੇ ਆਪਣਾ ਸ਼ਰਮ ਲਾ ਕੇ ਅਪਮਾਨ ਕੀਤਾ ਹੈ, ਕੋਈ ਪੁੱਛਣ ਵਾਲਾ ਨਹੀਂ ਹੈ। ਸਾਡੇ ਪ੍ਰਧਾਨ, ਸਾਡੇ ਤਖਤਾਂ ਦੇ ਕਹਿਣ ਅਖੌਤੀ ਜਥੇਦਾਰ ਤੇ ਸਾਡੇ ਉਹਨਾਂ ਕੋਲ ਜੁੜੇ ਹੋਏ ਜਿਹੜੇ ਵੱਡੇ ਵੱਡੇ ਵਿਦਵਾਨ, ਕਥਾਵਾਚਕ
ਪਤਾ ਨਹੀਂ ਉਹਨਾਂ ਦੀ ਸ਼ਰਮ ਕਿੱਥੇ ਚਲੀ ਜਾਂਦੀ ਹੈ ਤੇ ਉਹ ਆਪਣੇ ਗੁਰੂ ਦਾ ਆਪਣੇ ਸਾਹਮਣੇ ਅਪਮਾਨ ਹੁੰਦਾ ਵੱਡੇ ਅਦਾਰੇ ਵੱਲੋਂ, ਵੱਡੀ ਜਥੇਬੰਦੀ ਵੱਲੋਂ, ਜਿਹਨੂੰ ਕਹਿੰਦੇ ਨੇ ਸ਼੍ਰੋਮਣੀ ਹੈ ਸਾਡੀ ਇਹ, ਜਿਹਦੇ ਕਬਜ਼ੇ 'ਚ ਦਰਬਾਰ ਸਾਹਿਬ ਹੈ, ਜਿਹਦੇ ਕਬਜ਼ੇ 'ਚ ਅਕਾਲ ਤਖਤ ਹੈ, ਉਹ ਸਾਰੀਆਂ ਇਹੋ ਜਿਹੀਆਂ ਗੰਦੀਆਂ ਗੁਰੂ ਸਾਹਿਬ ਦਾ ਅਪਮਾਨ ਕਰਨ ਵਾਲੀਆਂ ਕਿਤਾਬਾਂ ਆਪ ਛਾਪ ਕੇ ਲੋਕਾਂ 'ਚ ਵੰਡ ਰਹੇ ਨੇ। ਬਿਲਕੁਲ ਜੀ, ਇਸੇ ਪੱਖ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਆ। ਜਿਹੜੇ ਸਾਡੇ ਸਵਾਲ ਹੈਗੇ ਉਹ ਕੱਲੀ ਗੋਲਕ ਖਾਣ ਵਾਲਿਆਂ ਨੂੰ ਇਹ ਤਾਂ ਜ਼ਰੂਰ ਧਿਆਨ ਰਵੇ ਨਾ ਵੀ ਪੈਸਾ ਇਕੱਠਾ ਤਾਂ ਅਸੀਂ ਕਰੀ ਜਾਂਦੇ ਆ, ਪਰ ਸਾਡਾ ਜਿਹੜਾ ਮੁੱਢਲਾ ਅਸੂਲ ਸੀ ਸੱਚ ਸੁਣਾਏ ਸੀ ਸੱਚ ਕੀ ਬੇਲਾ ਦਾ, ਉਹ ਕਿਉਂ ਗਾਇਬ ਕਰ ਦਿੱਤਾ, ਉਹ ਖਤਮ ਕਿਉਂ ਆ? ਔਰ ਉੱਤੋਂ ਰੋਕ ਲਾ ਦਿੱਤੀ ਜਾਂਦੀ ਹੈ ਕੀਰਤਨੀਓ ਤੁਸੀਂ ਆਹ ਸ਼ਬਦ ਨਹੀਂ ਪੜ੍ਹਨੇ, ਕਥਾਵਾਚਕਾਂ ਨੂੰ ਕਿਹਾ ਜਾਂਦਾ ਜੇ ਐਂ ਕੀਤਾ ਤਾਂ ਬੜੇ ਜਾ ਕੇ ਜਿਹੜੇ ਨਾਮੀ ਕਥਾਵਾਚਕ ਫਿਰ ਪੈਰੀ ਵੀ ਪੈ ਜਾਂਦੇ ਆ ਤੇ ਤੀਜੇ ਚੌਥੇ ਦਿਨ ਉਹਨਾਂ ਨੂੰ ਫੇਰ ਉਸੇ ਟੀਵੀ ਤੇ ਉਸੇ ਤਰੀਕੇ ਨਾਲ ਦੁਹਾਈਆਂ ਪਾਉਂਦੇ ਵੇਖਿਆ ਜਾਂਦਾ। ਹਾਂ, ਇੱਥੇ ਪੈਰੀ ਪੈਣ ਵਾਲੀ ਗੱਲ ਤੋਂ ਯਾਦ ਆ ਗਈ, ਮੈਂ ਆਪ ਖੁਦ ਜਿਹੜਾ ਸ਼੍ਰੋਮਣੀ ਕਿਸ ਕੀਰਤਨੀਏ ਦਾ ਖਿਤਾਬ ਦਿੱਤਾ ਜਾਣਾ ਸੀ ਭਾਈ ਕੀ ਉਹ ਸ੍ਰੀਨਗਰ ਵਾਲਿਆਂ ਦਾ ਕੀ ਨਾਮ ਹੈ ਪੀਰ ਦਾ ਕੀਰਤਨੀਏ ਦਾ? ਹਰਜਿੰਦਰ ਸਿੰਘ ਜੀ। ਉਹਨਾਂ ਨੂੰ ਸਨਮਾਨਿਤ ਕਰਨਾ ਸੀ ਤੇ ਸਨਮਾਨਿਤ ਕਰਨ ਵੇਲੇ ਪ੍ਰਕਾਸ਼ ਸਿੰਘ ਜੀ ਬਾਦਲ ਪੰਜਾਬ ਦੇ ਮੁੱਖ ਮੰਤਰੀ ਆਪ ਉਹਨੂੰ ਸਨਮਾਨਿਤ ਕਰਨ ਵਾਸਤੇ ਆਏ, ਕਿਉਂਕਿ ਅਖਬਾਰਾਂ 'ਚ ਫੋਟੋਆਂ ਮਸ਼ਹੂਰੀ ਧਰਮੀ ਬਣਨ ਦਾ ਲੈਵਲ ਲਾਉਣਾ, ਇਹ ਸਾਰਾ ਕੁਝ ਹੋ ਰਿਹਾ ਸੀ ਲਾਈਵ ਸਾਹਮਣੇ। ਮੈਂ ਟੀਵੀ ਤੇ ਬੈਠ ਕੇ ਦੇਖ ਰਿਹਾ ਸੀ, ਆ PTC ਚੈਨਲ ਤੇ ਸਾਰਾ ਚੱਲ ਰਿਹਾ ਸੀ ਤੇ ਅਕਾਲ ਤਖਤ ਦੇ ਜਥੇਦਾਰ ਤੋਂ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੋਂ ਉਹਨੂੰ ਸਨਮਾਨਿਤ ਨਹੀਂ ਕਰਾਇਆ ਗਿਆ। ਉਹ ਸ਼ਾਇਦ ਪਹਿਲਾਂ ਸਾਰੀਆਂ ਸ਼ਰਤਾਂ ਤੈਅ ਹੋਈਆਂ ਹੋਣਗੀਆਂ। ਜਦੋਂ ਉਹਨੂੰ ਬਾਦਲ ਨੇ ਸਨਮਾਨਿਤ ਕਰਤਾ ਸਾਰੇ ਲੋਕਾਂ ਦੇ ਸਾਹਮਣੇ, ਟੀਵੀ ਵੀ ਚੱਲ ਰਿਹਾ ਤੇ ਉੱਥੇ ਲੋਕ ਵੀ ਬੇਅੰਤ ਬੈਠੇ ਨੇ ਦੇਖ ਰਹੇ ਨੇ, ਬਾਦਲ ਦੇ ਸ਼ਰੇਆਮ ਸ਼੍ਰੋਮਣੀ ਕੀਰਤਨੀ ਦਾ ਉਹ ਖਿਤਾਬ ਲੈ ਰਿਹਾ ਹੈ ਤੇ ਸ਼੍ਰੋਮਣੀ ਕੀਰਤਨੀਆਂ ਬਾਦਲ ਦੇ ਪੈਰਾਂ ਨੂੰ ਹੱਥ ਲਾ ਰਿਹਾ ਹੈ, ਪੈਰਾਂ ਦੇ ਉੱਤੇ ਮੱਥਾ ਟੇਕ ਰਿਹਾ ਉਹਦੇ। ਹਾਂਜੀ, ਉਹ ਤਾਂ ਫਿਰ ਮਾਮੇ ਆ ਨਾ ਜੀ। ਹੈਰਾਨੀ ਦੀ ਗੱਲ ਹੈ ਵੀ ਉਂਝ ਸ਼੍ਰੋਮਣੀ ਕੀਰਤਨੀਆਂ ਸੀ, ਗੁਰ ਕੀ ਬਾਣੀ ਗਾਉਣ ਵਾਲੇ ਅਸੀਂ, ਆਹ ਕੁਛ ਹੈ ਸਾਰਾ ਕੁਝ ਬਣਿਆ ਪਿਆ। ਨਾ ਜੀ, ਜਦੋਂ ਗੱਲ ਉਹ ਕਹਿੰਦੇ ਨਾ ਵੀ ਆ ਜਾਂਦੀ ਪੈਰੀ ਪੈਣ ਵਾਲੀ, ਇੱਥੇ ਜਿਵੇਂ ਹੁਣੇ ਆਪਾਂ ਗੱਲ ਕੀਤੀ ਕਿ ਮੰਗ ਖਾਣਾ ਨਹੀਂ ਬਣਨਾ ਸੀ, ਗੱਲ ਤਾਂ ਸੀ ਉਹ ਕਹਿੰਦੇ ਨਾ ਗੁਰੂ ਨਾਨਕ ਵੀ ਗਾਉਣ ਗਏ ਆ, ਉਹਨਾਂ ਨੇ ਵੀ ਕਿਤੇ ਕਿਹਾ ਸ਼ਬਦ ਗਾਇਆ ਤੇ ਮਰਦਾਨਿਆਂ ਰਵਾਬ ਵਜਾ, ਉਹਨਾਂ ਨੇ ਰਲ ਮਿਲ ਕੇ ਕੀਰਤਨ ਕੀਤਾ, ਆਵਾਜ਼ ਉਠਾਈ, ਪਰ ਗੱਲ ਇੱਥੇ ਆ ਕੇ ਤਾਂ ਸਾਰੀ ਨਿਬੜ ਜਾਂਦੀ ਹੈ ਜਦੋਂ ਕੱਲਾ ਧੰਦਾ ਬਣ ਕੇ ਰਹਿ ਜਾਂਦਾ, ਕੱਲਾ ਕੇਵਲ ਰੋਟੀਆਂ ਕਾਰਨ ਪੂਰਾ ਤਾਲ ਹੋ ਕੇ ਰਹਿ ਜਾਂਦਾ, ਉਹ ਕਿੰਨਾ ਕੁ ਖਤਰਨਾਕ ਹੁੰਦਾ ਹੈ। ਤੇ ਇਹੋ ਜਿਹੀਆਂ ਝਲਕਾਂ ਜਿਹੜੇ ਖਾਸ ਜਿਹੜੀਆਂ ਸ਼ਖਸੀਅਤਾਂ ਜਿਨ੍ਹਾਂ ਨੂੰ ਸਤਿਕਾਰਯੋਗ ਕਹਿ ਕੇ ਨਵਾਜਿਆ ਜਾਂਦਾ, ਭਾਈ ਸਾਹਿਬ ਭਾਈ ਕਹਿ ਕੇ ਨਵਾਜਿਆ ਜਾਂਦਾ, ਉਹਨਾਂ ਬੰਦਿਆਂ ਦੇ ਵਿੱਚੋਂ ਇਹ ਰੂਪ ਵੇਖਣ ਨੂੰ ਮਿਲਦਾ। ਫਿਰ ਉਹਨਾਂ ਦੀ ਮਿਠਾਸ ਦਾ ਕੀ ਕਰੀਏ, ਉਹਨਾਂ ਦੇ ਕੀਰਤਨ ਦੀ ਮਿਠਾਸ ਦਾ ਕੀ ਕਰੀਏ, ਉਹਨਾਂ ਦੀਆਂ ਸੋਹਣੀਆਂ ਬਣਾਈਆਂ ਹੋਈਆਂ ਕੰਪੋਜੀਸ਼ਨ ਨੂੰ ਅਸੀਂ ਕੀ ਕਰੀਏ? ਹਾਂਜੀ, ਸਵਾਲ ਮੇਨ ਤਾਂ ਅਕੀਦੇ ਦਾ, ਹਕੀਕਤ ਦਾ, ਜੋ ਸਾਡੇ ਅੰਦਰ ਚੱਲ ਰਹੀ ਹੈ। ਹਾਂਜੀ, ਅਸੀਂ ਮਸ਼ਹੂਰੀ ਤੇ ਪੈਸਾ ਖੱਟ ਕੇ ਕਿੱਥੇ ਲੈ ਜਾਣਾ? ਨਾਲੇ ਤਾਂ ਅਸੀਂ ਸਾਖੀਆਂ ਸੁਣਾਉਂਦੇ ਆ ਵੀ ਸੂਈ ਨਹੀਂ ਸੀ ਨਾਲ ਜਾਂਦੀ ਭਾਈ, ਨਾਲੇ ਅਸੀਂ ਸ਼ਬਦੋ ਸੁਣਾਉਂਦੇ ਆ ਵੀ ਮਾਇਆ ਜਿਹੜੀ ਆ ਉਹ ਭਾਈ ਇਹ ਹੈਗੀ ਇਹੋ ਜਿਹੀ ਆ ਕਿ ਡੰਗ ਮਾਰਦੀ ਆ। ਵਾਰ-ਵਾਰ ਅਸੀਂ ਅਜਿਹੀਆਂ ਗੱਲਾਂ ਕਰਕੇ ਆਪ ਸਾਰਾ ਹੜੱਪ ਕਰਨ ਨੂੰ ਫਿਰਦੇ ਹੁੰਨੇ ਆ। ਕਿਉਂ ਅਸੀਂ ਅਜਿਹੇ ਬਣ ਗਏ? ਸਾਡਾ ਇੱਕ ਗੱਲ ਬੜੀ ਧਿਆਨ ਦੇਣ ਯੋਗ ਹੈ, ਬਾਬੇ ਨਾਨਕ ਨੇ ਇੱਕ ਥਾਂ ਤੇ ਵੀ ਕਿਤੇ ਇਹ ਕੋਈ ਸਿੱਧ ਕਰਕੇ ਵਿਖਾ ਦੇਵੇ ਕਿ ਉਹਨਾਂ ਨੇ ਪਹਿਲਾਂ ਪ੍ਰੋਗਰਾਮ ਆਪਣਾ ਬੁੱਕ ਕੀਤਾ ਹੋਵੇ ਕਿ ਭਾਈ ਤੁਹਾਡੇ ਕੋਲੇ ਆਉਣ ਦੇ ਇੰਨੇ ਪੈਸੇ ਲਊਂਗਾ, ਨਹੀਂ ਮੈਂ ਕੋਈ ਨਹੀਂ ਆਉਣਾ ਹੈ ਜੀ। ਨਾਲੇ ਬਾਪੂ ਜੀ, ਜਿਵੇਂ ਅਸੀਂ ਵੀ ਕਥਾ ਕਰਨ ਜਾਂਦੇ ਰਹੇ ਹਾਂ, ਸਾਡੀ ਵੀ ਗੱਲਬਾਤ ਹੁੰਦੀ ਹੈ ਲੋਕਾਂ ਨਾਲ, ਅਸੀਂ ਪ੍ਰੋਗਰਾਮ ਕਰਨ ਜਾਂਦੇ, ਸਾਰੇ ਜਾਣੇ ਕਰਦੇ ਹਾਂ, ਪਰ ਜੇਕਰ ਇੱਕ ਇਸੇ ਚੀਜ਼ ਨੂੰ ਕੱਲਾ ਧੰਦਾ ਬਣਾ ਕੇ ਰੱਖਿਆ ਜਾਂਦਾ, ਮੰਨ ਲਓ ਪੈਸੇ ਵੀ ਲੈਣ ਵਾਲਿਆਂ ਨੇ ਲਏ ਆ, ਬਹੁਤ ਕਮਾਈਆਂ ਕਰਕੇ ਸਾਰੇ ਬੈਠ ਕੇ, ਪਰ ਕੁਛ ਲੋਕਾਂ ਨੇ ਤਾਂ ਕੱਲੇ ਪੈਸੇ ਲਏ ਤੇ ਸੁਣਾਇਆ ਵੀ ਨਹੀਂ ਕੁਛ, ਤੇ ਜਦੋਂ ਰੇਡ ਵੀ ਪਈ ਉਹਨਾਂ ਤੇ ਇਨਕਮ ਟੈਕਸ ਵਾਲਿਆਂ ਦੀ, ਤੇ ਸਿਰਹਾਣੇ ਵੀ ਪੈਸਿਆਂ ਦੇ ਨਿਕਲਦੇ ਆ, ਸਿਰਹਾਣੇ ਵੀ ਨੋਟਾਂ ਦੇ ਭਰੇ ਹੋਏ, ਪਰ ਸਿਰਹਾਣੇ ਨਹੀਂ ਜੀ, ਪੂਰੇ ਬੈੱਡ ਭਰੇ ਹੋਏ ਨਿਕਲੇ ਆ। ਹਰਬੰਸ ਸਿੰਘ ਜਗਾਦਰੀ ਵਾਲਾ ਇਸ ਤਰ੍ਹਾਂ ਛਾਪਾ ਪਿਆ ਸੀ, ਸਾਰੇ ਬੈੱਡ ਵੀ ਉਹਦੇ ਨੋਟਾਂ ਦੇ ਭਰੇ ਹੋਏ ਨਿਕਲੇ ਸੀ। ਬਿਲਕੁਲ ਜੀ, ਬਿਲਕੁਲ। ਔਰ ਉਹਨਾਂ ਦੇ ਨਾਲ ਜਿਨ੍ਹਾਂ ਨੇ ਅੱਜ ਤੱਕ ਕੀਰਤਨ ਕੀਤਾ, ਉਹ ਜਿਹੜੇ ਤਬਲਾ ਵਜਾਉਂਦੇ ਰਹੇ ਜਾਂ ਕਿਤੇ ਕੁਛ ਨਾ ਕੁਛ ਉਹਨਾਂ ਨੇ ਸੇਵਾ ਕੀਤੀ, ਉਹ ਕਹਿੰਦੇ ਸਾਨੂੰ 500 ਰੁਪਏ ਜੀ ਸਾਰ ਦਿੰਦਾ ਸੀ ਤੇ ਆਪ 55,000 ਨਾਲ ਦੀ ਨਾਲ ਹੀ ਵਧਾ ਦਿੰਦਾ ਸੀ, ਜੇ 5 ਮਿੰਟ ਵੱਧ ਲਵਾਉਣੇ ਤਾਂ ਇੰਨੇ ਪੈਸੇ ਹੋਰ ਲਾਉਂਗਾ। ਕਈ ਸਾਰੇ ਵੱਡੇ ਕੀਰਤਨੀਆਂ ਨੇ ਸਾਈਡ ਵਾਲਾ ਤੇ ਢੋਲਕੀ ਵਾਲਾ, ਜੋੜੀ ਵਾਲਾ ਆਪਣੇ ਨਾਲ ਤਨਖਾਹ ਤੇ ਰੱਖੇ ਹੁੰਦੇ ਨੇ, ਬਰਾਬਰ ਦਾ ਬਣਦਾ ਹਿੱਸਾ ਨਹੀਂ ਦਿੰਦੇ ਉਹਨਾਂ ਨੂੰ। ਬਿਲਕੁਲ ਜੀ, ਇਹ ਗੱਲ ਜ਼ਰੂਰ ਹੈ ਜੀ। ਜਿਹੜੇ ਵੀ, ਮੈਂ ਤਾਂ ਕਹਿੰਦਾ ਜਿੱਥੇ ਵੀ ਕੀਰਤਨ ਦਰਬਾਰ ਵੀ ਹੁੰਦੇ ਆ, ਕਮ ਸੇ ਕਮ ਉਹਨਾਂ ਦੇ 3 ਹਿੱਸੇ ਤਾਂ ਕਰਦਿਆ ਕਰੋ ਬਰਾਬਰ ਕਰਕੇ, ਵੀ ਭਾਈ ਆ ਤੇਰਾ, ਕਮ ਸੇ ਕਮ ਉਹਨਾਂ ਦੀਆਂ ਲੜਾਈਆਂ ਤਾਂ ਪਾਸੇ ਹੋ ਜਾਣ, ਕਿਉਂਕਿ ਇਹ ਇੱਕਾ ਦੁੱਕਾ ਰੁਪਈਆ ਪਿੱਛੇ ਬਾਅਦ ਵਿੱਚ ਲੜਦੇ ਵੇਖੇ ਜਾਂਦੇ ਆ, ਆਪਸ ਦੇ ਵਿੱਚ ਇਹਨਾਂ ਦੀ ਰੰਜਿਸ਼ ਹੁੰਦੀ ਹੈ। ਜਿਹੜਾ ਇੱਕ ਕੀਰਤਨੀਆ ਪਹਿਲਾਂ ਆਪਾਂ ਦੇਖਦੇ ਆ ਨਾ, ਸਾਰਿਆਂ ਦੀਆਂ ਜੋੜੀਆਂ ਏਦਾਂ ਹੀ ਨਹੀਂ ਰਹਿੰਦੀਆਂ, ਭਰਾ ਨਾਲ ਵੰਡੀਆਂ ਪਾਉਂਦੇ ਵੇਖੇ ਜਾਂਦੇ ਆ। ਰੌਲਾ ਕਾਹਦਾ? ਰੌਲਾ ਧੰਦੇ ਦਾ, ਪੈਸੇ ਦਾ। ਆਜੋ ਆਪਾਂ ਆਪਣੇ ਵਿਸ਼ੇ ਵੱਲੀ ਵੱਧਦੇ ਆ। ਜਿਹੜੀ ਗੱਲਬਾਤ ਮੈਂ ਕਰ ਰਿਹਾ ਸੀ,
ਕਮ ਸੇ ਕਮ ਆਪਣਾ ਅਕੀਦਾ ਤਾਂ ਬਚਾ ਕੇ ਰੱਖੋ, ਆਪਣੀ ਸ਼ਖਸੀਅਤ ਦੇ ਵਿੱਚ ਵਿਗਾੜ ਨਾ ਆਉਣ ਦਿਓ। ਜੋ ਸੁਣਾਉਣਾ ਅਸਲੀ ਗੱਲ ਜਿਹੜੀ ਆ ਸਮਾਜ ਦੇ ਕੁਝ ਫਾਇਦੇ ਪੈਸੇ ਤਾਂ ਬਾਪੂ ਜੀ ਦਿੰਦੇ ਆ ਲੋਕ ਉਹਨਾਂ ਨੂੰ ਵੀ, ਟਿਕਟਾਂ ਖਰੀਦ ਕੇ ਜਿਹੜੇ ਜਿਵੇਂ ਵਿਵੇਕ ਡਾਕਟਰ ਹੈਗਾ ਜਾਂ ਸੰਦੀਪ ਮਹੇਸ਼ਵਰੀ ਹੈ, ਇਹਨਾਂ ਲੋਕਾਂ ਨੂੰ ਵੀ ਪੈਸੇ ਦੇ ਕੇ ਸੁਣਦੇ ਲੋਕ ਜਿਹੜੇ ਮੋਟੀਵੇਸ਼ਨਲ ਨੇ। ਮੈਂ ਕਹਿੰਦਾ ਜੇਕਰ ਚੰਗੇ ਮੋਟੀਵੇਸ਼ਨਲ ਵੀ ਸਾਡੇ ਵਾਲੇ ਸਪੀਕਰ ਬਣ ਜਾਂਦੇ ਤਾਂ ਕੁਝ ਆ ਜਾਂਦਾ ਕਿ ਹਾਂ ਬਈ ਅਸੀਂ ਮਿਊਜ਼ਿਕ ਸੁਣਦੇ ਆ, ਕੀਰਤਨ ਸੁਣਦੇ ਆ, ਉਹਨਾਂ ਨੂੰ ਇੰਨੇ ਪੈਸੇ ਦਿੱਤੇ ਜਾਂਦੇ ਤੇ ਇਹਨਾਂ ਨੂੰ ਕਿਉਂ ਨਹੀਂ। ਬਿਲਕੁਲ ਮੰਨ ਲਈ ਗੱਲ, ਪਰ ਗੱਲ ਤਾਂ ਇਹ ਆਉਂਦੀ ਹੈ ਜੇ ਤੁਸੀਂ ਸੁਣਾਉਣ ਗਏ ਹੋ ਉੱਥੇ ਹਾਂ ਦਾ ਨਾਰਾ ਤੇ ਸੱਚ ਦੇ ਪਾਸੇ ਤਾਂ ਆ ਜਾਓ। ਉੱਥੇ ਇਹ ਕਹਿ ਲਈਏ ਜਿਹੜਾ ਅਸੀਂ ਸਮਾਨ ਖਰੀਦਿਆ ਉਹ ਭਾਵੇਂ ਮਹਿੰਗਾ ਮਿਲ ਜਾਵੇ ਪਰ ਖਰਾ ਤਾਂ ਹੋਵੇ। ਬਿਲਕੁਲ ਜੀ, ਚੰਗੀ ਚੀਜ਼ ਤਾਂ ਹੋਵੇ। ਗੋਭੀ ਦਾ ਫੁੱਲ ਖਰੀਦਣਾ ਹੋਵੇ ਤਾਂ 10 ਵਾਰੀ ਗੇੜਾ ਖਵਾ ਦਿੰਦੇ ਅਸੀਂ ਉੱਤੋਂ ਦੀ ਵੀ ਉਹ ਸੜਿਆ ਤਾਂ ਨਹੀਂ ਹੋਇਆ ਕਿਤੋਂ। ਕੁਝ ਵੀ ਖਰੀਦਣਾ ਹੋਵੇ। ਔਰ ਇੱਥੇ ਜਦੋਂ ਜਿਸ ਵੇਲੇ ਸਾਡੇ ਕੋਈ ਆਂਦੇ ਜੀ ਮਿਠਾਸ ਬੜੀ ਹੈ ਬਸ ਕੀਰਤਨ ਚ, ਮਿੱਠਾ ਬਹੁਤ, ਮਿੱਠੀ ਮਿੱਠੀ ਕਥਾ ਕਰਦੇ ਆ। ਔਰ ਮੈਂ ਤਾਂ ਇਹ ਸੁਣ ਕੇ ਹੀ ਹੈਰਾਨ ਹੋ ਜਾਂਦਾ ਵੀ ਜੇ ਕੋਈ ਕੰਮ ਦੀ ਗੱਲ ਹੀ ਨਹੀਂ ਵਿੱਚ, ਉਹ ਜਿਹੜੇ ਅੱਗੇ ਬੈਠੇ ਆਉਣ ਵਾਲੇ ਜਨਰੇਸ਼ਨ ਨੇ ਸਾਡੀਆਂ, ਜਿਹੜਾ ਗੈਪ ਪੈ ਚੁੱਕਿਆ। ਗੁਰੂ ਨਾਨਕ ਦਾ ਜਿਹੜਾ ਫਲਸਫਾ ਸਿੱਧਾ ਸੀ ਕਿ ਬਈ ਸੋਚ ਨੂੰ ਉੱਚੀ ਕਰਨਾ ਤੇ ਵਧੀਆ ਕਰਨਾ, ਆਉਣ ਵਾਲੇ ਦਿਨਾਂ 'ਚ ਚੰਗਾ ਜੀਵਨ ਜੀਆ, ਜੇ ਜਿੱਦਾਂ ਦੇ ਸਰਕਮਸਟੈਂਸਸ ਹੋਣ ਉਦਾਂ ਦਾ ਫੈਸਲਾ ਹੋਏਗਾ। ਬਿਲਕੁਲ ਇਹ ਗੱਲ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਸਾਨੂੰ ਸਿਖਾਈ। ਗੁਰੂ ਨਾਨਕ ਦੇ ਜਿਹੜੇ ਫੈਸਲੇ ਨੇ ਉਹ ਗੁਰੂ ਅੰਗਦ ਦੇ ਨਹੀਂ ਨੇ। ਜ਼ਰੂਰੀ ਨਹੀਂ ਹੈ ਉਹ ਮੇਲ ਖਾਂਦੇ, ਕਿਉਂਕਿ ਉਹ ਸਰਕਮਸਟੈਂਸਿਸ ਦੇ ਅਕੋਰਡਿੰਗਲੀ ਆ। ਹੁਣ ਜੇ ਗੁਰੂ ਨਾਨਕ ਨੂੰ ਤਾਂ ਹੀ ਤਾਂ ਕਹਿੰਦੇ ਗੁਰੂ ਨਾਨਕ ਨੇ ਕਿਹੜਾ ਅੰਮ੍ਰਿਤ ਛਕਿਆ ਸੀ, ਗੁਰੂ ਨਾਨਕ ਨੇ ਕਿਹੜਾ ਕਿਰਪਾਨ ਰੱਖੀ ਸੀ। ਹੁਣ ਉਹਨਾਂ ਲੋਕਾਂ ਨੇ ਜਦੋਂ ਇਦਾਂ ਦਾ ਸਵਾਲ ਉਠਾਉਣਾ, ਉਹਨਾਂ ਦਾ ਮਤਲਬ ਕੀ ਹੈ? ਉਹ ਤਾਂ ਹੀ ਤਾਂ ਸਵਾਲ ਖੜਾ ਹੁੰਦਾ ਜੇਕਰ ਉਹਨਾਂ ਨੇ ਇਦਾਂ ਤੁਲਨਾ। ਹਾਲਾਂਕਿ ਗੁਰੂ ਹਰਗੋਬਿੰਦ ਸਾਹਿਬ ਜਦੋਂ ਕਿਰਪਾਨ ਚੁੱਕਦੇ ਵੀ ਆ, ਜੇ ਉਹਨਾਂ ਦੀ ਸ਼ਖਸੀਅਤ ਤੇ ਗੱਲ ਆਈਏ ਵੀ ਉਹਨਾਂ ਨੇ ਮੁਕਾਬਲਾ ਕੀਤਾ ਅੱਗੋਂ ਜੰਗਾਂ ਜਿਹੜੀਆਂ ਲੜਾਈ ਦਾ ਮੁਕਾਬਲਾ ਹੋਇਆ, ਜਿਹੜੀ ਆਪਾਂ ਸੁਣਦੇ ਆ 4 ਜੰਗਾਂ ਦਾ। ਪਰ ਇਹ ਕਦੇ ਸੋਚ ਕੇ ਤਾਂ ਦੇਖੋ ਵੀ ਗੁਰੂ ਨਾਨਕ ਦੇ ਹਾਲਾਤਾਂ ਵਿੱਚ ਗੁਰੂ ਨਾਨਕ ਖੜੇ ਹੁੰਦੇ ਆ, ਜਿਸ ਤਰੀਕੇ ਨਾਲ ਉਹਨਾਂ ਦੇ ਫੈਸਲੇ ਸਨ ਉਹ ਵਧੀਆ ਸਨ। ਜਦੋਂ ਆਉਣ ਵਾਲੇ ਦਿਨਾਂ ਦੇ ਵਿੱਚ ਗੱਲ ਕਿਤੇ ਵਿਗੜਦੀ ਆ ਤਾਂ ਉਹਨਾਂ ਨੇ ਸ਼ਮਸ਼ੀਰ ਨੂੰ ਵੀ ਪਹਿਲ ਦੇ ਦਿੱਤੀ। ਹਾਂਜੀ, ਇਹ ਗੱਲ ਤਾਂ ਜਿਹੜੀ ਡਿਕਟੇਟਰਸ਼ਿਪ ਦੀ ਹੈ ਨਾ। ਆ ਜਾਓ ਆਪਾਂ ਵਿਸ਼ੇ ਵੱਲ ਹੀ ਆਉਨੇ ਆ। ਕਹਿੰਦੇ ਗੁਰੂ ਪਾਤਸ਼ਾਹ ਫਿਰ ਪਹਿਲੀ ਗੱਲ ਤਾਂ ਉਹਦਾ ਮਹਿਲ ਢਾਹ ਦਿੰਦੇ ਆ। ਪਹਿਲਾਂ ਜਿਹੜਾ ਬਣਿਆ ਬਣਾਇਆ ਮਹਿਲ ਸੀ ਉਹ ਢਾਹ ਦਿੱਤਾ ਤੇ ਫਿਰ ਕਹਿੰਦੇ ਇੱਥੇ ਪੈ ਜਾਣਗੇ। ਹੁਣ ਪੈ ਜਾਣਗੇ ਕੀ? ਏਦਾਂ ਦੀਆਂ ਗੱਲਾਂ ਤਾਂ ਸਾਡੇ ਘਰੇ ਆਇਆ ਇੱਕ ਛੋਟੇ ਤੋਂ ਛੋਟਾ ਜੋਤਸ਼ੀ ਕਰ ਜਾਂਦਾ। ਹਾਂਜੀ, ਜਿਹੜਾ ਕਿਸੇ ਦੇ ਦਰਵਾਜ਼ੇ ਤੇ ਬੈਠਾ ਹੁੰਦਾ ਉਹਨੂੰ ਕਹਿੰਦਾ ਬੀਬੀ 10-20 ਰੁਪਈਏ ਦੇ ਦੇ, ਬਸ ਤੇਰਾ ਸਭ ਕੁਝ ਹੋ ਜੂ। ਆਹ ਧਾਗਾ ਲੈ ਜਾ, ਇੱਕ ਗੇੜਾ ਜਾ ਕੱਢ ਕੇ ਘਰ ਚ ਆ ਜਾ। ਮੈਂ ਖੁਦ ਬੱਚਾ ਹੁੰਦਾ ਸੀ ਤੇ ਸੁਣਦਾ ਰਹਿੰਦਾ ਸੀ, ਜਿਹੜੀਆਂ ਗਲੀਆਂ ਦੇ ਵਿੱਚ ਕਿਤੇ ਵੀ ਕੋਈ ਬਾਬਾ ਕਿਸੇ ਦੇ ਘਰ ਬੈਠ ਜਾਣਾ, ਜਿਵੇਂ ਆਪਾਂ ਨਿਆਣੇ ਹੁੰਨੇ ਆ ਤੇ ਕਿਸੇ ਦੇ ਕੋਲ ਖੜੇ ਹੋ ਜਾਂਦੇ ਆ, ਏਦਾਂ ਦੀਆਂ 100 ਗੱਲਾਂ ਸੁਣਨ ਨੂੰ ਮਿਲ ਜਾਂਦੀਆਂ। ਹਾਂਜੀ, ਜੇ ਬਾਬਾ ਨਾਨਕ ਉਹਨਾਂ ਮਤਲਬ ਜਿਹੜੇ ਲੋਕਾਂ ਨੂੰ ਭੰਬਲ ਭੂਸਿਆਂ ਦੇ ਵਿੱਚ ਪਾਉਣ ਵਾਲੇ, ਉਲਟੇ ਰਾਹਾਂ ਤੇ ਲਿਜਾਣ ਵਾਲੇ, ਉਹਨਾਂ ਲੋਕਾਂ ਵਰਗਾ ਹੀ ਸੀ ਵੀ ਕਿ ਪਹਿਲਾਂ ਕਿਸੇ ਦਾ ਢਾਹ ਦਿੰਦਾ ਸੀ ਬਣਿਆ ਬਣਾਇਆ, ਫਿਰ ਕਹਿੰਦਾ ਸੀ ਵੀ ਇੱਥੇ ਮਹਿਲ ਉਸਰਨਗੇ। ਇਹ ਕਿੱਦਾਂ ਦਾ ਕੀਤਾ? ਇਹ ਕਿੱਦਾਂ ਦੀ ਸ਼ਖਸੀਅਤ ਦਾ ਜਿਹੜਾ ਉਸਾਰੂ ਪੱਖ ਸਾਡੇ ਸਾਹਮਣੇ ਆ ਰਿਹਾ। ਬਿਲਕੁਲ। ਕਹਿੰਦੇ ਜੀ ਕਸ਼ਮੀਰ ਦੇ ਵੱਲ ਜਦੋਂ ਬਾਬਾ ਜੀ ਦੀ ਗੱਲਬਾਤ ਹੁੰਦੀ ਆ, ਕਸ਼ਮੀਰ ਵੱਲ ਨੂੰ ਤੁਰਦੇ ਆ ਆਪਾਂ। ਕਹਿੰਦੇ ਕਸ਼ਮੀਰ ਵੱਲ ਨੂੰ ਜਾਂਦਿਆਂ ਬਾਬਾ ਜੀ ਨੇ ਕੱਲੀਆਂ ਅਕੜੀਆਂ ਕੱਕੜੀਆਂ ਹੀ ਖਾਂਦੇ ਸਨ, ਫੁੱਲਾਂ ਦਾ ਆਹਾਰ ਕਰਦੇ ਸੀ। ਬਾਬੇ ਨੂੰ ਤਾਂ ਰੋਟੀ ਤੋਂ ਵੀ ਵਾਂਝਾ ਕੀਤਾ ਗਿਆ। ਮਤਲਬ ਜੋ ਚਲੋ ਖਾਈਆ ਹੁੰਦਾ ਜਿੱਦਾਂ ਦਾ, ਜਿਹੜਾ ਇਲਾਕਾ ਹੋਵੇ ਕਹਿੰਦੇ ਉਦਾਂ ਦੀ ਖੁਰਾਕ ਬਣ ਜਾਂਦੀ ਹੈ ਬੰਦੇ ਦੀ। ਪਰ ਇੱਥੇ ਕਿਹਾ ਗਿਆ ਕਿ ਬਾਬਾ ਜੀ ਨੇ ਜਦੋਂ ਕਸ਼ਮੀਰ ਵੱਲ ਨੂੰ ਉਦਾਸੀ ਕੀਤੀ ਤੇ ਉਹਨਾਂ ਨੇ ਕੱਲੀਆਂ ਅਕੜੀਆਂ ਕੱਕੜੀਆਂ ਤੇ ਫੁੱਲ ਖਾਧੇ। ਸਾਖੀਆਂ ਦੇ ਵਿੱਚ ਅਜਿਹੇ ਇਸ਼ਾਰੇ ਮਿਲਦੇ ਆ। ਔਰ ਨਾਲ ਇਹ ਕਿਹਾ ਕਿ ਬ੍ਰਹਮਦਾਸ ਨੂੰ ਮਿਲੇ। ਔਰ ਬ੍ਰਹਮਦਾਸ ਨੂੰ ਮਿਲਣ ਤੋਂ ਬਾਅਦ ਵੀ ਇੱਥੇ ਕੀ ਗੱਲਬਾਤ ਹੁੰਦੀ ਹੈ, ਕਿਉਂਕਿ ਗੁਰੂ ਨਾਨਕ ਨੇ ਇੱਥੇ ਬਹੁਤ ਹੋਰ ਭੇਸ ਬਣਾਇਆ ਹੋਇਆ ਸੀ। ਸਿਰ ਤੇ ਚਮੜਾ ਬੰਨ੍ਹ ਲਿਆ, ਪੈਰਾਂ ਦੇ ਵਿੱਚ ਜਿੱਥੇ ਜੁੱਤੀ ਚਮੜੇ ਦੀ ਪਾਈ ਹੋਈ ਹੈ, ਹੋਰ ਕਈ ਕੁਛ ਉਹਨਾਂ ਨੇ ਸਾਰੇ ਸਰੀਰ ਤੇ ਚਮੜਾ ਲਪੇਟ ਲਿਆ। ਪਹਿਲਾਂ ਹੀ ਚਮੜੇ ਦਾ ਬਣਿਆ ਸੀ, ਬਾਬੇ ਨੂੰ ਹੋਰ ਚਮੜਾ ਲਪੇਟਣ ਦੀ ਕੀ ਲੋੜ ਪਈ ਸੀ? ਔਰ ਕਈ ਤਰ੍ਹਾਂ ਦੀਆਂ ਗੱਲਾਂ। ਜੇ ਬ੍ਰਹਮਦਾਸ ਨੂੰ ਮਿਲਣਾ ਵੀ ਸੀ, ਪੰਡਤ ਨਾਲ ਗੱਲਬਾਤ ਵੀ ਕਰਨੀ ਸੀ, ਫਿਰ ਚਮੜਾ ਕਿਉਂ? ਹਾਂਜੀ ਬਾਪੂ ਜੀ। ਇੱਥੇ ਅਸਲ ਦੇ ਵਿੱਚ ਤਾਂ ਜੇ ਗੱਲ ਸਾਖੀਕਾਰ ਨੂੰ ਥੋੜੀ ਬਹੁਤੀ ਕਰਨੀ ਆਉਂਦੀ ਤਾਂ ਇਹ ਕਹਿਣਾ ਬਣਦਾ ਸੀ ਕਿ ਠੰਡੇ ਇਲਾਕੇ ਵੱਲ ਗੁਰੂ ਨਾਨਕ ਸਾਹਿਬ ਗਏ ਨੇ, ਉਦੋਂ ਅੱਜ ਵਾਂਗੂ ਵਧੀਆ ਕੋਟ ਵਗੈਰਾ ਇਸ ਤਰ੍ਹਾਂ ਨਹੀਂ ਸੀ ਮਿਲਦੇ। ਉਹ ਚਮੜੇ ਦੇ ਹੀ ਕੋਟ ਆਦਿਕ ਸਰਦੀ ਤੋਂ ਬਚਣ ਵਾਸਤੇ ਉਹਨਾਂ ਨੇ ਬਣਵਾ ਲਏ, ਸਮਿਆ ਲਏ, ਜਿਹੋ ਜਿਹੇ ਉਹਨਾਂ ਜ਼ਮਾਨਿਆਂ 'ਚ ਬਣ ਸਕਦੇ ਸੀ। ਬਿਲਕੁਲ, ਉਹ ਤਾਂ ਗੱਲ ਕੁਛ ਬਣਦੀ ਹੈ। ਇਹਨਾਂ ਨੇ ਤਾਂ ਫਿਰ ਇੰਨਾ ਕੁਛ ਕਰ ਦਿੱਤਾ। ਉਹਨਾਂ ਨੇ ਰੱਸੇ ਵੀ ਲਪੇਟ ਲਏ, ਪੈਰਾਂ ਦੇ ਵਿੱਚ ਵੀ ਚਮੜਾ ਪਾ ਲਿਆ। ਪੈਰਾਂ 'ਚ ਚਮੜਾ, ਜੁੱਤੀ ਤਾਂ ਪਾਉਣੀ ਪਾਉਣੀ ਹੈ। ਜਾਂ ਫਿਰ ਇਹ ਕਹਿੰਦਾ ਵੀ ਗੋਡਿਆਂ ਤੱਕ ਦੇ ਬੂਟ ਬਣਵਾ ਕੇ ਪਾ ਲਏ, ਇਹ ਉਹਨੂੰ ਕਹਿਣਾ ਨਹੀਂ ਆਇਆ ਹੈ। ਤੇ ਗੁਰੂ ਨਾਨਕ ਸਾਹਿਬ ਨੇ
ਜਿਹੜਾ ਭੁੱਖੇ ਰਹਿਣ ਤੋਂ ਬਚਣ ਵਾਸਤੇ ਹੋ ਸਕਦਾ ਪਹਿਲਾਂ ਹੀ ਛੋਲੇ ਜਾਂ ਇਹੋ ਜਿਹੀਆਂ ਸੁੱਕੀਆਂ ਚੀਜ਼ਾਂ ਅਨਾਜ ਵਗੈਰਾ ਨਾਲ ਲੈ ਕੇ ਗਏ ਹੋਣ ਕਿ ਉਧਰ ਭਾਈ ਪਹਾੜਾਂ ਦੇ ਵਿੱਚ ਤਾਂ ਖਾਣ ਪੀਣ ਨੂੰ ਮਿਲਦਾ ਕੋਈ ਨਹੀਂ ਹੈ ਤੇ ਆਪਣਾ ਨਾਲ ਹੀ ਕੋਈ ਬੰਨ ਕੇ ਲੈ ਕੇ ਜਾਓ। ਤਾਂ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਨਾਲ ਜਿਹੜੀ ਹੋਰ ਗੱਲ ਕਰ ਦਿੱਤੀ ਨਾ, ਉਹ ਸੀ ਮੱਥੇ ਟਿੱਕਾ ਕੇਸਰ ਕਾ ਵੀ ਲਾ ਲਿਆ, ਤੇ ਟਿੱਕੇ ਜ਼ਰੂਰ ਲਵਾਉਣੇ ਨੇ। ਕਈਆਂ ਥਾਵਾਂ ਤੇ ਤਾਂ ਜੰਜੂ ਵੀ ਗੁਰੂ ਨਾਨਕ ਸਾਹਿਬ ਨੂੰ ਪਵਾਇਆ ਹੋਇਆ ਹੈ। ਹਾਂਜੀ ਹਾਂਜੀ। ਤੇ ਮੱਥੇ ਕੇਸਰ ਕਾ ਟਿੱਕਾ ਲਾ ਲਿਆ। ਬ੍ਰਹਮਦਾਸ ਕੇ ਪਾਸ ਪਹੁੰਚ ਗਏ ਤੇ ਬ੍ਰਹਮਦਾਸ 2 ਊਂਠ ਜਾਨੀ ਕਿ ਬੋਤੇ ਕੈਮਲ ਉਹ ਆਪਣੇ ਨਾਲ ਲੱਦ ਕੇ ਪੁਰਾਣਾ ਦੇ ਕਿਤਾਬਾਂ ਦੇ, ਹੁਣ ਹੈਰਾਨੀ ਹੁੰਦੀ ਹੈ ਪੁਰਾਣਾ ਦੀ ਇੱਕ ਇੱਕ ਕਾਪੀ ਲੈਣੀ ਹੋਵੇ ਜੇ ਤਾਂ 2 ਊਂਠ ਕਾਹਦੇ ਵਾਸਤੇ ਲੱਦਣੇ ਨੇ, ਪਰ 2 ਊਂਠ ਲਦਾਏ ਗਏ ਨੇ ਸਾਖੀਕਾਰ ਵੱਲੋਂ। ਕਹਿੰਦੇ ਇੰਨੀਆਂ ਕਿਤਾਬਾਂ ਉਹ ਨਾਲ ਲੱਦ ਕੇ 2 ਊਂਠ ਭਰ ਕੇ ਹਰ ਵਕਤ ਚੱਲਦਾ ਹੁੰਦਾ ਸੀ। ਉਹਨੂੰ ਭਲੇ ਮਾਨਸੋ ਜੀ ਕਿਤਾਬਾਂ ਪੜ੍ਹਨੀਆਂ ਕਰਨੀਆਂ ਨੇ ਤੇ ਨਾਲ ਲਈ ਫਿਰਨ ਦੀ ਲੋੜ ਜ਼ਰੂਰੀ ਸੀ, ਤੇ ਇਹਨਾਂ ਦੇ ਕਹਿਣ ਦੇ ਮੁਤਾਬਕ ਉਹ ਨਾਲ 2 ਊਂਠ ਲੱਦ ਕੇ ਲਈ ਫਿਰਦਾ ਸੀ। ਤੇ ਗੁਰੂ ਨਾਨਕ ਸਾਹਿਬ ਜਦੋਂ ਉਹਨੂੰ ਮਿਲੇ ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਤੂੰ ਭਾਈ ਇਹ ਸਾਰਾ ਕੁਝ ਕਿਉਂ ਕੀਤਾ? ਤੇ ਉਹ ਕਹਿਣ ਲੱਗਾ ਜੀ ਮੇਰੇ ਕੋਲੇ ਬੇਅੰਤ ਵੇਦਾਂ ਦਾ, ਪੁਰਾਣਾਂ ਦਾ, ਸਾਰੇ ਦਾ ਸਾਰਾ ਮੇਰੇ ਕੋਲੇ ਖਜ਼ਾਨਾ ਹੈ। ਇਹ ਖਜ਼ਾਨਾ ਇੰਨਾ ਜ਼ਿਆਦਾ ਹੈ ਇਹਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਉਹ ਭਲੇ ਲੋਕੋ ਮੁਕਾਬਲਾ ਤਾਂ ਦਿਮਾਗ ਦੇ ਵਿੱਚ ਜਿਹੜੀ ਚੀਜ਼ ਟਿਕੀ ਹੋਈ ਹੈ ਉਹਨੇ ਕਰਨਾ। ਕਿਤਾਬਾਂ ਦੇ ਵਿੱਚੋਂ ਤੋਪਾਂ ਥੋੜਾ ਨਿਕਲਣੀਆਂ ਨੇ ਵੀ ਉਹ ਤੋਪ ਚੱਲੂਗੀ ਤੇ ਦੂਜੀ ਨੂੰ ਖਤਮ ਕਰ ਦੂਗੀ। ਬਿਲਕੁਲ ਜੀ। ਤੇ ਇਹਨਾਂ ਨੇ ਤਾਂ ਇੱਥੋਂ ਤੱਕ ਵੀ ਲਿਖਿਆ ਹੋਇਆ ਹੈ ਕਿ गुरु नानक साहब ने ब्रह्मदास के पास 2 ऊँट थे, पुराना के सदा नाल थे, गल विच ठाकुर भी गुरु नानक साहब रखा है। उस पुछया ते अजिहा क्यों कीता? ते गुरु नानक साहब नूं पुछदा ब्रह्मदास आप मांस मच्छी भी खाते हो, ये मांस मच्छी क्यों खावते हो, ते आप धर्मी कैसे बन गए हो? इहो जिहियां गल्लां भी लिखियां होईयां ने। ते गुरु नानक साहब वल्लों बहुता जिहड़ा जवाब इत्थे देण वास्ते एक शब्द उचारण कर दिता ते शब्द इत्थे 1278 पन्ने ते जिहड़ा दिता है साखीकार ने, वो भला मानस इन्ना अनजान है लिखण वाला। शब्द है गुरु अमरदास साहब दा ते उत्थे वो लिख रहा है, कहंदा जी ये तां गुरु नानक साहब दा शब्द है, ये उचारण कीते आ। गुर मिले मन रहसी है ज्यों उठै धरन सिंगार, सब दिसै हरियावला सर भरे सुभर ताल। 1278 पन्ने ते आप भैन भाई सारे पढ़ के देख सकते हो। ते गुरु नानक साहब ने उस दा हंकार तोड़िया ते अगों आपां अगले हिस्से दे विच इहदी विचार करदे हां कि ब्रह्मदास ने इहो जिहा अडंबर रचिया होया सी जिहनूं मिलण वास्ते सुधारण वास्ते गुरु नानक साहब उहदे कोले इन्ना सफर तय करके गए। बिल्कुल जी। कहंदे ब्रह्मदास ने सवाल कर दिता, बाबे नूं पुछया, कहंदे भी जब जीव नहीं थे तब क्या था? एक तां इन्हां दी जिहड़ी हिंदी बाकमाल आ ते बाबे ने जवाब दिता भी अरबद नरबद धुंदूकारा धरन ना गगना हुक्म पारा। ਇਹਦੇ ਬਾਰੇ ਇਹ ਸ਼ਬਦ ਬਾਰੇ ਤੇ ਨਾਲ ਬਾਪੂ ਜੀ ਇਸ ਸਵਾਲ ਬਾਰੇ ਕੀ ਕਹਿਣਾ? ਇੱਥੇ ਤਾਂ ਨਾ ਇਉਂ ਕਹਿ ਲਈਏ ਜਿਹੜੇ ਅੱਜ ਅਸੀਂ ਰੱਬ ਬਾਰੇ ਬਹੁਤ ਸਾਰਾ ਸ਼ੋਰ ਸ਼ਰਾਬਾ ਹੋ ਰਿਹਾ ਹੈ, ਰੇਡੀਓ ਤੇ ਟੀਵੀ ਤੇ ਥਾਂ ਥਾਂ ਤੇ ਬਹਿਸਾਂ ਹੋ ਰਹੀਆਂ ਨੇ। ਇੱਕ ਧਿਰ ਕਹਿੰਦੀ ਹੈ ਰੱਬ ਇਹੋ ਜਿਹਾ ਹੁੰਦਾ, ਦੂਜੀ ਘਰੇ ਕਹਿੰਦੀ ਹੈ ਇਹੋ ਜਿਹਾ ਨਹੀਂ, ਇਹੋ ਜਿਹਾ ਹੁੰਦਾ। ਇੱਕ ਧਿਰ ਕਹਿੰਦੀ ਹੈ ਅਸੀਂ ਆਪ ਰੱਬ ਹਾਂ, ਸਾਡੇ ਅੰਦਰ ਰੱਬ ਵਸਦਾ ਹੈ। ਇਹ ਸਾਰਾ ਇਹਦੇ ਤੇ ਇੰਨਾ ਸਮਾਂ ਲਾ ਦਿੱਤਾ ਗਿਆ ਜਾਂ ਸਮਝ ਲਈਏ ਖਰਾਬ ਕਰ ਦਿੱਤਾ ਗਿਆ ਕਿ ਹੋਰ ਗੱਲਾਂ ਸਾਰੀਆਂ ਤਕਰੀਬਨ ਛੋਟੀਆਂ ਪੈ ਗਈਆਂ, ਪਾਸੇ ਰਹਿ ਗਈਆਂ ਜਿਹੜੇ ਪੰਥ ਦੇ ਮਸਲੇ ਸੀ ਜੀ। ਤਾਂ ਇਹਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਜੇ ਪੁੱਛ ਲਈਏ ਕਿ ਬਾਬਾ ਜੀ ਅਸੀਂ ਤੁਹਾਨੂੰ ਆਪਣਾ ਰਹਿਬਰ ਮੰਨਦੇ ਹਾਂ, ਤੁਸੀਂ ਤਾਂ ਦੱਸ ਦਿਓ ਕਿਵੇਂ ਸੀ। ਗੁਰੂ ਨਾਨਕ ਸਾਹਿਬ ਤਾਂ ਕਹਿ ਰਹੇ ਨੇ ਕਿ ਸ਼ੁਰੂ ਦੇ ਵਿੱਚ ਜਦੋਂ ਆਪਾਂ ਕਲਪਨਾ ਕਰਦੇ ਹਾਂ ਕਿ ਇਉਂ ਹੋ ਸਕਦਾ ਹੈ, ਉਦੋਂ ਅਰਬਦ ਨਰਬਦ ਧੁੰਦੂ ਕਾਰਾ ਧਰਨ ਨਾ ਗਗਨ ਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁਨ ਸਮਾਦ ਲਗਾਏਂਦਾ। ਹੁਣ ਇਹ ਸਾਰਾ ਕੁਝ ਵੀ ਭਲੇ ਲੋਕੋ ਜਦੋਂ ਬ੍ਰਹਿਮੰਡ ਦੀ ਸ੍ਰਿਸ਼ਟੀ ਦੀ ਸ਼ੁਰੂਆਤ ਹੋਈ ਹੈ, ਜਿਵੇਂ ਕਿ ਵਿਗਿਆਨੀ ਵੀ ਮੰਨਦੇ ਨੇ ਇਸ ਗੱਲ ਨੂੰ ਕਿ ਇੱਥੇ ਕੋਈ ਵੱਡਾ ਧਮਾਕਾ ਹੋਇਆ, ਉਹ ਧਮਾਕੇ ਨਾਲ ਬਹੁਤ ਕੁਝ ਹਨੇਰੀਆਂ ਤੂਫਾਨ ਤੇ ਕਈ ਤਰ੍ਹਾਂ ਦਾ ਇੱਥੇ ਅਦਲਾ ਬਦਲੀਆਂ ਹੋਈਆਂ ਨੇ। ਤੇ ਸੁੰਨ ਤੋਂ ਹੌਲੀ ਹੌਲੀ ਇਹ ਇੱਕੋ ਟਾਈਮ ਨਹੀਂ, ਲੱਖਾਂ ਕਰੋੜਾਂ ਸਾਲਾਂ ਤੋਂ ਬਾਅਦ ਕੁਝ ਨਾ ਕੋਈ ਤਬਦੀਲੀ ਆਈ। ਜਿਵੇਂ ਇੱਕ ਥਾਂ ਤੇ ਗੁਰੂ ਨਾਨਕ ਸਾਹਿਬ 19 ਪੰਨੇ ਤੇ ਲਿਖਦੇ ਨੇ, ਸਾਚੇ ਤੇ ਪਵਣਾ ਭਇਆ ਪਵਣੈ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ ਘਟ ਘਟ ਜੋਤ ਸਮੋਏ ਜੀ। ਇਸ ਨਿਯਮ ਦੇ ਵਿੱਚ ਗੈਸਾਂ ਤੋਂ ਹੌਲੀ ਹੌਲੀ ਠੰਡਾ ਹੋ ਕੇ ਪਾਣੀ ਬਣ ਗਿਆ। ਪਾਣੀ ਦੇ ਵਿੱਚੋਂ ਸਦੀਆਂ ਲੱਖਾਂ ਸਾਲਾਂ ਤੋਂ ਬਾਅਦ ਹੌਲੀ ਹੌਲੀ ਜੀਵ ਬਣ ਗਏ। ਤੁਸੀਂ ਆਪ ਤਜਰਬਾ ਕਰਕੇ ਵੇਖ ਲਓ, ਫਰਸ਼ ਦੇ ਉੱਤੇ ਜਿੱਥੇ ਪਾਣੀ ਅਟਕਦਾ ਵੀ ਨਹੀਂ, ਸਿਰਫ ਸਿੱਲ ਰਹਿੰਦੀ ਹੈ ਬਰਸਾਤਾਂ ਦੇ ਮੌਸਮ 'ਚ, ਉਹ ਫਰਸ਼ ਜੇ ਗਿੱਲਾ ਰਹੀ ਜਾਵੇ ਉੱਥੇ ਛੋਟਾ ਛੋਟਾ ਘਾਹ ਜਾਂ ਉੱਲੀ
ਉਹ ਆਪਣੇ ਆਪ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ, ਧੁੱਪ ਦੇ ਵਿੱਚ ਉਹ ਆਪ ਹੀ ਖਤਮ ਹੋ ਜਾਂਦੀ ਹੈ। ਉਹਦਾ ਬੀਜ, ਉਹਦਾ ਪਿਛੋਕੜ ਕਿੱਥੋਂ ਆਉਂਦਾ ਹੈ ਅਸੀਂ ਨਹੀਂ ਦੱਸ ਸਕਦੇ। ਬਿਲਕੁਲ। ਤਾਂ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਭਾਈ ਇਹ ਜਿਹੜਾ ਪਾਣੀ ਤੋਂ ਸਾਚੇ ਤੇ ਪਵਣਾ ਭਇਆ, ਇਹ ਪਵਣੇ ਤੇ ਜਲ ਹੋਏ, ਇੱਥੇ ਹਵਾ ਬਣ ਗਈ, ਹਵਾ ਤੋਂ ਗੈਸਾਂ ਤੋਂ ਪਾਣੀ ਬਣ ਗਿਆ, ਜਲ ਤੇ ਤ੍ਰਿਭਵਨ ਸਾਜੀ ਹੈ, ਘਟ ਘਟ ਜੋਤ ਸਮੋਏ। ਇਹ ਪਾਣੀ ਤੋਂ ਮਾਨੋ ਤਿੰਨਾਂ ਤਰ੍ਹਾਂ ਦੇ ਜੀਵ, ਧਰਤੀ ਤੇ ਰਹਿਣ ਵਾਲੇ, ਪਾਣੀ 'ਚ ਰਹਿਣ ਵਾਲੇ, ਆਕਾਸ਼ 'ਚ ਉੱਡਣ ਵਾਲੇ, ਇਹ ਤਿੰਨੇ ਕਿਸਮ ਦੇ ਹੌਲੀ ਹੌਲੀ ਸਮਾਂ ਪਾ ਕੇ ਜੀਵ ਪੈਦਾ ਹੋ ਗਏ। ਇਹ ਕੁਦਰਤ ਦਾ ਅਟੱਲ ਨਿਯਮ ਹੌਲੀ ਹੌਲੀ ਵਿਕਾਸ ਕਰਕੇ ਇੱਥੋਂ ਤੱਕ ਪਹੁੰਚਿਆ। ਅਚਨਚੇਤੀ ਸਾਰਾ ਕੁਝ ਨਹੀਂ ਹੋਇਆ। ਇਹ ਤਾਂ ਪਹਿਲਾਂ ਤਾਂ ਅਰਬਦ ਨਰਬਦ ਧੁੰਦੂਕਾਰਾ ਸੀ। ਜਿਹੜੇ ਤੁਸੀਂ ਦੇਵੀ ਦੇਵਤਿਆਂ ਦੀਆਂ ਗੱਲਾਂ ਕਰਦੇ ਹੋ, ਇਹ ਵੀ ਕੋਈ ਦੇਵੀ ਦੇਵਤੇ ਆਦਿਕ ਬਣਾਉਣ ਦੇ ਵਿੱਚ ਹਿੱਸੇਦਾਰ ਨਹੀਂ ਸੀ। ਜਿਵੇਂ ਤੁਸੀਂ ਮੰਨਦੇ ਹੋ, ਇਹ ਤਾਂ ਸ੍ਰਿਸ਼ਟੀ ਬਣਨ ਤੋਂ ਬਾਅਦ ਹੋਣ ਦੇ ਵਿੱਚ ਆਏ ਨੇ, ਭਾਵ ਕਿ ਤੁਸੀਂ ਇਹਨਾਂ ਨੂੰ ਲਿਖਿਆ, ਇਹਨਾਂ ਨੂੰ ਮੰਨਿਆ ਜਾਂ ਇਹਨਾਂ ਦੀਆਂ ਮੂਰਤੀਆਂ ਬਣਾਈਆਂ ਨੇ। ਇਹ ਸਾਰਾ ਕੁਝ ਰੱਬ ਨੇ ਆਪਣੇ ਇੱਕ ਸਿਸਟਮ ਦੇ ਵਿੱਚ ਘੜਤਾ, ਤੁਸੀਂ ਆਪਣੀਆਂ ਮਨੌਤਾਂ ਉਹਦੇ ਵਿੱਚ ਫਿੱਟ ਕਰ ਦਿੱਤੀਆਂ ਨੇ। ਨਾਲੇ ਜੀ ਬਾਬੇ ਦਾ, ਜਦੋਂ ਮੈਂ ਇਹਨਾਂ ਖਿਆਲਾਂ ਨੂੰ ਵੀ ਨਾਲ ਰੱਖਦਾ ਹੁੰਦਾ, ਜਦੋਂ ਮੈਂ ਵੀ ਗੱਲਬਾਤ ਇਹਦੇ ਬਾਰੇ ਪੜ੍ਹਦਾ ਕਿਤੇ, ਬਾਬੇ ਨੇ ਜਦੋਂ ਵੀ ਗੱਲਬਾਤ ਕੀਤੀ ਹੈ ਨਾ, ਉਹ ਕਹਿੰਦਾ ਤੁਸੀਂ ਪਿੱਛੇ ਜਾਣੇ ਹੀ ਕਿਉਂ ਆ। ਮੈਂ ਹਮੇਸ਼ਾ ਕਹਿੰਦਾ ਹੁੰਦਾ, ਉਲਝਦੇ ਹੀ ਕਿਉਂ ਆ। ਉਹ ਜਿਵੇਂ ਪਾਤਾਲ ਲੱਖ ਮਤਲਬ ਆਗਾਸ ਦੀ ਗੱਲ ਕੀਤੀ ਗਈ, ਮੈਂ ਕਹਿੰਦਾ ਆ ਜਾਓ ਇੱਥੇ, ਤੁਸੀਂ ਪਤਾਲਾਂ 'ਚ ਕਿਉਂ ਉਲਝੇ ਪਏ ਆ, ਤੁਸੀਂ ਹੋਰ ਚੀਜ਼ਾਂ। ਇਹ ਤਾਂ ਜਿਹਦਾ ਵਿਸ਼ਾ ਸਾਇੰਸ ਹੈਗਾ, ਉਹ ਉਹਦੀ ਗੱਲਬਾਤ ਕਰੇਗਾ, ਖੋਜੇਗਾ। ਉਹ ਤੁਹਾਡੀ ਤਾਂ ਆਪਣੀ ਸ਼ਖਸੀਅਤ ਵਿੱਚ ਇੰਨਾ ਵਿਗਾੜ ਆ, ਤੁਸੀਂ ਤਾਂ ਮਤਲਬ ਇੱਕ ਬੰਦੇ ਕੋਲੇ ਹੋਰ ਹੋ, ਦੂਜੇ ਕੋਲੇ ਹੋਰ ਹੋ, ਤੀਜੇ ਕੋਲੇ ਹੋਰ ਹੋ। ਤੁਸੀਂ ਗੱਲਾਂ ਤਾਂ ਪਤਾਲਾਂ ਦੀਆਂ ਕਰੋ ਤਾਂ ਉਹ ਵੀ ਕਿਤੇ ਫੱਬਦੀਆਂ ਨਹੀਂ। ਬਾਬਾ ਨਾਨਕ ਦਾ ਸੁਪਨਾ ਤੁਸੀਂ ਬੰਦੇ ਹੀ ਬਣ ਜਾਓ ਕਾਫੀ ਆ, ਇੱਕ ਚੰਗੀ ਸ਼ਖਸੀਅਤ ਹੀ ਬਣ ਜਾਓ ਕਾਫੀ ਆ। ਆਪਦਾ ਕੰਮਕਾਰ ਕਰੋ ਇਮਾਨਦਾਰੀ ਨਾਲ। ਜਦੋਂ ਤੁਹਾਡਾ ਮਤਲਬ ਵਿਸ਼ਾ ਹੀ ਨਹੀਂ ਹੈ, ਜੇ ਤੁਸੀਂ ਹੁਣ ਮੰਨ ਲਓ ਸਟੀਫਨ ਹਾਕਿੰਸ ਵਰਗਿਆਂ ਦਾ ਤਾਂ ਜ਼ਮਾਨਾ ਇਹ, ਔਰ ਗੱਲਬਾਤ ਹਲੇ ਵੀ ਮੜੀਆਂ ਤੇ ਖੜੀ ਹੈ, ਗੱਲਬਾਤ ਹਲੇ ਵੀ ਤਬੀਜ਼ਾਂ ਵਿੱਚ ਫਸੀ ਹੋਈ ਹੈ, ਗੱਲਬਾਤ ਹਲੇ ਵੀ ਰੱਬ ਹੈਗਾ ਕਿ ਨਹੀਂ ਹੈਗਾ ਇਹਨਾਂ ਚੀਜ਼ਾਂ 'ਚ ਫਸੀ ਹੋਈ ਹੈ। ਕਿਸ ਤਰ੍ਹਾਂ ਦਾ ਹੈਗਾ ਇਹਨਾਂ ਵਿੱਚ ਫਸੀ, ਕਿਉਂ? ਕਿਉਂਕਿ ਜਿਸ ਤਰੀਕੇ ਨਾਲ ਅਸੀਂ ਤਰੱਕੀ ਕਰ ਰਹੇ ਹਾਂ, ਉਸ ਤਰੀਕੇ ਨਾਲ ਕਿਉਂ ਨਹੀਂ ਸੋਚਦੇ ਅਸੀਂ। ਨਾਲੇ ਕਹਿੰਦੇ ਬਾਬਾ ਤਰੱਕੀ ਕਰਾ ਗਿਆ ਸੀ 550 ਸਾਲ ਪਹਿਲਾਂ ਵੀ। ਇੰਨਾ ਖੁੱਲ੍ਹ ਦਿਲੀ ਵਾਲਾ ਬਾਬਾ ਸੀ ਕਿ ਉਹਨੇ ਗੱਲਬਾਤ ਕੀਤੀ, ਥਾਂ ਥਾਂ ਤੇ ਜਾ ਕੇ ਖੁੱਲੇ ਵਿਚਾਰ ਸਨ ਉਹਦੇ, ਤਾਂ ਉਹ ਕਿਸੇ ਕੋਲ ਵੀ ਬੈਠ ਗਿਆ, ਸੰਗਿਆ ਨਹੀਂ, ਸ਼ਰਮਾਇਆ ਨਹੀਂ, ਉਹਨੇ ਘਰ ਛੱਡਿਆ ਔਰ ਗੱਲਬਾਤ ਕਰਨ ਲਈ ਉਹ ਕਿਤੇ ਮੀਲਾਂ ਦਾ ਸਫ਼ਰ ਤੈਅ ਕਰ ਗਿਆ। ਇੱਥੇ ਨਾ ਇਸੇ ਤਰ੍ਹਾਂ ਸਾਡੇ ਤਾਂ ਇੱਥੇ ਰੋਜ਼ਾਨਾ ਰੋਣਾ ਰੋਂਦੇ ਆ। ਸਾਡੇ ਨੌਜਵਾਨ ਨਸ਼ੇੜੀ ਬਣ ਗਏ, ਆਤਮ ਹੱਤਿਆ ਕਰ ਰਹੇ ਨੇ, ਬੇਰੁਜ਼ਗਾਰ ਹੋ ਚੁੱਕੇ ਹੋਏ ਨੇ, ਤੇ ਸਾਡੇ ਜਿਹੜਾ ਹਸਪਤਾਲਾਂ ਦੇ ਵਿੱਚ ਕੋਈ ਇਲਾਜ ਨਹੀਂ ਹੈ ਜਾਂ ਬਹੁਤ ਮਹਿੰਗਾ ਹੈ, ਜਿਹੜੇ ਪ੍ਰਾਈਵੇਟ ਹਸਪਤਾਲ ਨੇ, ਸਕੂਲ ਕਾਲਜ ਸਾਡੇ ਪਹੁੰਚ ਤੋਂ ਪਰੇ ਹੋ ਗਏ ਨੇ, ਸਰਕਾਰਾਂ ਸਾਨੂੰ ਠੀਕ ਸਿਸਟਮ ਨਹੀਂ ਦਿੰਦੀਆਂ। ਕਿੰਨਾ ਕੁ ਜਿਹੜਾ ਢਾਂਚਾ ਇੱਥੇ ਵਿਗੜਿਆ ਪਿਆ, ਇਹਦੇ ਵੱਲ ਧਿਆਨ ਮਾਰਨ ਨੂੰ ਕੋਈ ਤਿਆਰ ਨਹੀਂ ਹੈ। ਕਦੇ ਪਤਾਲ 'ਚ, ਕਦੇ ਆਕਾਸ਼ 'ਚ, ਕਦੇ ਹਿਮਾਲਾ ਪਰਬਤ ਤੇ, ਕਿੰਨਾ ਚੀਜ਼ਾਂ ਦੇ ਵਿੱਚ ਭਟਕਦੇ ਫਿਰਦੇ ਨੇ ਸਾਡੇ ਲੋਕ। ਰੱਬ ਹੈ ਕਿ ਨਹੀਂ ਹੈ, ਕਿੱਥੇ ਬੈਠਾ, ਕਿੱਥੇ ਰਹਿੰਦਾ, ਕੀ ਕਰਦਾ, ਕਿਵੇਂ ਕਰਦਾ। ਉਹ ਭਲਿਓ ਮਾਨਸੋ, ਤੁਸੀਂ ਆਪਣੀ ਜ਼ਿੰਮੇਵਾਰੀ ਤਾਂ ਪਹਿਲਾਂ ਚੁੱਕ ਲਓ। ਆਪਣੇ ਅਧਿਕਾਰ ਇੱਥੇ ਧਰਤੀ ਦੇ ਉੱਤੇ ਜਨਮ ਲਿਆ ਜਿੱਥੇ, ਉੱਥੇ ਆਪਣੇ ਅਧਿਕਾਰ ਪ੍ਰਾਪਤ ਕਰਨ ਵਾਸਤੇ ਤਾਂ ਕੋਈ ਕਾਰਜ ਕਰ ਲਓ, ਵਿੱਦਿਆ ਹਾਸਲ ਕਰ ਲਓ, ਅਕਲਮੰਦ ਬਣ ਜਾਓ। ਜਿਵੇਂ ਵਿਦੇਸ਼ਾਂ ਵਾਲਿਆਂ ਨੇ, ਪੱਛਮੀ ਮੁਲਕਾਂ ਨੇ ਆਪਣੇ ਦੇਸ਼ ਦੇ ਲੋਕਾਂ ਵਾਸਤੇ ਧਰਤੀ ਦੇ ਉੱਤੇ ਇੰਨਾ ਸੋਹਣਾ ਸਿਸਟਮ ਉਸਾਰ ਦਿੱਤਾ, ਤੁਸੀਂ ਆਪਣੀ ਅਕਲ ਦੀ ਵਰਤੋਂ ਕਰਕੇ ਆਪਣੇ ਲੋਕਾਂ ਵਾਸਤੇ ਕੋਈ ਚੰਗਾ ਸਿਸਟਮ ਉਸਾਰਨ ਦਾ ਯਤਨ ਕਰੋ। ਜਦੋਂ ਵੀ ਦੇਖੋ ਰੱਬ ਦੀ ਗੱਲ, ਜਿਹੜਾ ਕਿ ਜਿੱਥੇ ਰਹਿੰਦਾ ਉਹਨੂੰ ਆਪਣੇ ਤੌਰ ਤੇ ਕੰਮ ਕਰਨ ਦਿਓ, ਆਪੇ ਕਰ ਲੂਗਾ, ਬਹੁਤ ਸਿਆਣਾ ਹੈ। ਉਹਨੂੰ ਸਾਡੇ ਕੋਲੋਂ ਸਲਾਹ ਲੈਣ ਦੀ ਕੀ ਲੋੜ ਹੈ? ਅਸੀਂ ਰੱਬ ਨੂੰ ਸਲਾਹਾਂ ਦੇਣ ਤੁਰਦੇ ਹਾਂ ਤੇ ਇੱਥੇ ਜਿਹੜਾ ਕੋਈ ਵੀ ਕੰਮ ਕਰਨ ਨੂੰ ਤਿਆਰ ਨਹੀਂ ਹਾਂ। ਉਹ ਕਹਿੰਦੇ ਜੀ ਸਾਰਿਆਂ ਦਾ ਚੁਣਿਆ ਹੋਇਆ ਸਰਪੰਚ ਪਿੰਡ ਦੀਆਂ ਗਲੀਆਂ ਨਾਲੀਆਂ ਖਾ ਜਾਂਦਾ, ਸਾਰਿਆਂ ਦਾ ਚੁਣਿਆ ਹੋਇਆ ਨੁਮਾਇੰਦਾ ਇੱਕ ਤੁਹਾਡੇ ਤੋਂ ਸੰਭਲਦਾ ਨਹੀਂ। ਉਹ ਤੁਹਾਡੇ ਸਾਹਮਣੇ ਸਾਰਾ ਕੁਝ ਖਾ ਕੇ ਗੜੱਪ ਕਰ ਜਾਂਦਾ। ਪਿੰਡ ਦੇ ਬੰਦਿਆਂ ਦੇ ਵਿੱਚ ਇੰਨੀ ਹਿੰਮਤ ਨਹੀਂ ਕਿ ਉਹਨੂੰ ਸਵਾਲ ਕਰ ਲੈਣ ਵੀ ਉਹ ਬੰਦੇ ਦਾ ਪੁੱਤ ਬਣ ਕੇ ਆ, ਜਿਹੜੇ ਪੈਸੇ ਆਏ ਸੀ ਇੱਥੇ ਲਾ। ਬਿਲਕੁਲ। ਗ੍ਰਾਮ ਪੰਚਾਇਤ ਨਾਮ ਦੀ ਵੀ ਕੋਈ ਚੀਜ਼ ਹੈ ਕਿ ਨਹੀਂ ਹੈ? ਉਹ ਜਿਹੜੀਆਂ ਕਮੇਟੀਆਂ ਬਣਦੀਆਂ, ਉਹ ਜਦੋਂ ਤੁਸੀਂ ਚੂਜ਼ ਕਰਦੇ ਹੋ, ਤੁਸੀਂ ਨੁਮਾਇੰਦੇ ਹੋ ਇਹਦੇ, ਕਿਉਂ ਸਾਡੀ ਸ਼ਖਸੀਅਤ ਵਿੱਚ ਇੰਨਾ ਵਿਗਾੜ ਆ? ਗੱਲ ਸਵਾਲ ਰੱਬ ਤੇ ਕਿਸ ਕਾਰਨ ਕਰਕੇ? ਇੱਥੇ ਨਾ ਮੈਂ ਹਾਂਜੀ ਇੱਕ ਸਕਿੰਟ, ਮੈਂ ਚੌਂਤੇ ਕਾਲਜ 'ਚ 1995-96 'ਚ ਪੜ੍ਹਾਉਂਦਾ ਸੀ। ਬਿਲਕੁਲ। ਉੱਥੇ ਪੜ੍ਹਾਉਂਦਿਆਂ ਸਮੇਂ ਇੱਕ ਨਾਲ ਦਾ ਪਿੰਡ ਹੈ, ਚੌਂਤੇ ਦੇ ਨਾਲ ਹੀ ਪਿੰਡ ਹੈ ਇੱਕ, ਉੱਥੇ ਮੇਰਾ ਮਕਾਨ ਕਿਰਾਏ ਤੇ ਲਿਆ ਹੋਇਆ ਸੀ। ਉਹ ਪਿੰਡ ਦੇ ਵਾਲਿਆਂ ਨੇ ਉਹਨਾਂ ਦਾ ਢੱਠਾ ਜਿਹੜਾ ਸਾਹਨ ਛੱਡਿਆ ਹੋਇਆ ਸੀ ਪਿੰਡ ਦੇ ਵਿੱਚ, ਉਹ ਕਿਸੇ ਨੇ ਜ਼ਹਿਰ ਜੂਰ ਦੇ ਕੇ ਮਾਰ ਦਿੱਤਾ। ਕਿਸੇ ਨੇ ਖੇਤਾਂ ਦਾ ਉਜਾਲਾ ਕਰਦਾ ਸੀ। ਹਾਂਜੀ। ਤੇ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਵੀ ਤਾਂ ਬਹੁਤ ਵੱਡਾ ਪਾਪ ਹੋ ਗਿਆ। ਪਹਿਲਾਂ ਤਾਂ ਉਹਦੇ ਵਾਸਤੇ ਡੂੰਘਾ ਟੋਆ ਪੁੱਟਿਆ,
ਤੇ ਟੋਏ ਦੇ ਵਿੱਚ ਉਹਨੂੰ ਉਤਾਰਿਆ, ਉੱਤੇ ਕਫਨ ਪਾਏ, ਸਾਰੇ ਪਿੰਡ ਦੇ ਲੋਕਾਂ ਨੇ ਆਪੋ ਆਪਣੀ ਸਮਰੱਥਾ ਅਨੁਸਾਰ ਬੇਅੰਤ ਕੱਪੜਾ ਉਹਦੇ ਉੱਤੇ ਸੁੱਟਿਆ, ਫਿਰ ਲੂਣ ਸੁੱਟਿਆ ਤੇ ਆਪਣਾ ਪਾਪ ਉਤਾਰਨ ਦਾ ਯਤਨ ਕੀਤਾ, ਉਹਨੂੰ ਉੱਥੇ ਦੱਬ ਦਿੱਤਾ। ਬਿਲਕੁਲ। ਤੇ ਫਿਰ ਉਸ ਤੋਂ ਬਾਅਦ ਉਹਦੇ ਢੱਠੇ ਦੇ ਨਾਂ ਤੇ ਅਖੰਡ ਪਾਠ ਰਖਵਾਇਆ ਉਹਨਾਂ ਨੇ। ਤੇ ਅਖੰਡ ਪਾਠ ਜਦੋਂ ਰਖਵਾਤਾ, ਉਹ ਸਾਡੇ ਕਾਲਜ ਵੱਲੋਂ ਵਿਦਿਆਰਥੀਆਂ ਨੂੰ ਮੈਂ ਭੇਜਿਆ, ਉਹਨਾਂ ਨੇ ਅਖੰਡ ਪਾਠ ਕਰਨਾ ਸੀ। ਤੇ ਉੱਥੋਂ ਦੇ ਜਿਹੜੇ ਸਰਪੰਚ ਸਾਹਿਬ ਸੀ, ਉਹਨਾਂ ਦਾ ਸੁਨੇਹਾ ਆ ਗਿਆ, ਕਹਿੰਦੇ ਗਿਆਨੀ ਜੀ ਕੀਰਤਨ ਵੀ ਕਰਨਾ ਭੋਗ ਤੇ, ਕੀਰਤਨ ਨੂੰ ਵੀ ਮੁੰਡੇ ਭੇਜਤੇ। ਫਿਰ ਸੁਨੇਹਾ ਆ ਗਿਆ, ਕਹਿੰਦੇ ਜੀ ਕਥਾ ਵੀ ਕਰਨੀ ਹੈ। ਮੈਂ ਨਾਲ ਦੇ ਵੀਰਾਂ ਨੂੰ ਕਿਹਾ, ਮੈਂ ਕਿਹਾ ਭਾਈ ਭੇਜੋ ਕਿਸੇ ਨੂੰ ਕਥਾ ਕਰੋ ਜਾ ਕੇ ਪ੍ਰਿੰਸੀਪਲ ਸਾਹਿਬ ਨੂੰ। ਤੇ ਹੁਣ ਕਹਿੰਦੇ ਭਰਾਵਾ ਢੱਠੇ ਦੇ ਨਾਂ ਦੀ ਕਥਾ ਸਾਤੋਂ ਨਹੀਂ ਹੁੰਦੀ, ਨਾ ਅਸੀਂ ਕੀਤੀ ਹੈ, ਤੂੰ ਪੰਗਾ ਲੈ, ਹੁਣ ਤੂੰ ਕਰ। ਤੇ ਨਾਲੇ ਆਤਮਾ ਨੂੰ ਸ਼ਾਂਤੀ ਦਵਾਈ ਫਿਰ ਢੱਠੇ ਦੀ ਨੂੰ ਆਉਣ ਲੱਗਿਆ, ਮੈਂ ਉਹੀ ਦੱਸਣ ਲੱਗਿਆ। ਤੇ ਮੈਂ ਫਿਰ ਠੀਕ ਆ, ਆਪ ਹੀ ਚਲਾ ਗਿਆ ਉੱਥੇ ਕਥਾ ਕਰਨ ਵਾਸਤੇ ਢੱਠੇ ਦੀ। ਤੇ ਪ੍ਰਧਾਨ ਜੀ ਨੇ, ਸਰਪੰਚ ਨੇ ਮੈਨੂੰ ਕਹਿਤਾ, ਗਿਆਨੀ ਜੀ ਫਿਰ ਦੇਖ ਲਓ ਆਹ ਪਿੰਡ ਦਾ ਸਾਨ ਹੈ, ਇਸ ਤਰ੍ਹਾਂ ਵਿਚਾਰਾ ਅਣਿਆਈ ਮੌਤੇ ਮਰ ਗਿਆ, ਤੁਸੀਂ ਕੋਈ ਕਥਾ ਦੇ ਨਾਲ ਸਾਡੇ ਮਨ ਨੂੰ ਸ਼ਾਂਤੀ ਦਿਓ ਤੇ ਮੁਕਤੀ ਦਿਵਾਓ ਸਾਨੂੰ ਜੀ। ਮੈਂ ਉੱਤੇ ਹੀ ਫਿਰ ਉਹ ਸ਼ਬਦ ਲੈ ਲਿਆ, ਚਾਰ ਭਾਮ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ। ਉਹ ਸ਼ਬਦ ਮੈਂ ਲੈ ਕੇ ਢੱਠੇ ਵਾਲੀ ਗੱਲ ਤੋਂ ਮੋੜ ਕੇ ਫਿਰ ਇੱਥੇ ਲਿਆਂਦਾ। ਉਹ ਭਾਈ ਉਹ ਢੱਠਾ ਤਾਂ ਬਹੁਤ ਮਹਾਨ ਸੀ ਤੇ ਬਹੁਤ ਭਾਗਾਂ ਵਾਲਾ ਸੀ, ਉਹਦੀ ਤਾਂ ਇੱਥੇ ਪਿੰਡ 'ਚ ਜੈ ਜੈਕਾਰ ਹੋ ਰਹੀ ਹੈ, ਉਹਦੇ ਨਾਂ ਦੇ ਤਾਂ ਅਖੰਡ ਪਾਠ ਹੋ ਰਹੇ ਨੇ। ਤੁਸੀਂ ਆਪਣੇ ਬਾਰੇ ਸੋਚੋ ਕਿ ਤੁਹਾਡਾ ਕੀ ਹੋ ਰਿਹਾ, ਤੁਸੀਂ ਕਿੱਥੇ ਗਰਕਦੇ ਜਾ ਰਹੇ ਹੋ। ਤੇ ਇੱਥੇ ਤੁਸੀਂ ਇਹ ਸੋਚੋ, ਤੁਹਾਡੇ ਪਿੰਡ ਦੀਆਂ ਗਲੀਆਂ ਨਾਲੀਆਂ ਕੱਚੀਆਂ ਨੇ, ਬਦਬੂ ਮਾਰਦੀ ਹੈ। ਤੁਹਾਡੇ ਪਿੰਡ 'ਚ ਡਿਸਪੈਂਸਰੀ ਨਹੀਂ, ਤੁਹਾਡੇ ਪਿੰਡ 'ਚ ਡਾਕਖਾਨਾ ਨਹੀਂ, ਤੁਹਾਡੇ ਪਿੰਡ 'ਚ ਲਾਇਬ੍ਰੇਰੀ ਨਹੀਂ। ਉਹ ਗਧੇ ਤੇ ਸਾਨ ਤੇ ਢੱਠੇ ਤਾਂ ਤੁਸੀਂ ਬਣੇ ਪਏ ਹੋ, ਜਾਨਵਰ ਤਾਂ ਤੁਸੀਂ ਬਣੇ ਪਏ ਹੋ। ਇਹ ਢੱਠੇ ਦਾ ਅਖੰਡ ਪਾਠ ਨਾ ਕਰੋ, ਆਪਣਾ ਕਰਵਾਓ ਤੁਸੀਂ, ਕਿ ਸਾਨੂੰ ਅਕਲ ਆ ਜਾਵੇ। ਤੇ ਮੇਰੇ ਕਥਾ ਕਰਦੇ ਕਰਦੇ ਸਰਪੰਚ ਖੜਾ ਹੋ ਗਿਆ, ਬਾਬਾ ਜੀ ਇੰਨੀ ਬੇਇੱਜ਼ਤੀ ਨਾ ਕਰੋ, ਹੁਣ ਸਮਾਪਤੀ ਕਰ ਦਿਓ। ਨਾਲੇ ਮਰਿਆ ਕੁੱਤਾ ਹੁੰਦਾ, ਨੇੜੇ ਬੈਠੇ ਸੋਹਿਲਾ ਪੜਦੇ ਐ। ਹਾਂਜੀ ਹਾਂਜੀ। ਜਗਰਾਉਂ ਇੱਕ ਕੁੱਤੀ ਮਰ ਗਈ ਸੀ ਪ੍ਰਧਾਨ ਦੀ, ਉਹਨਾਂ ਨੇ ਗੁਰਦੁਆਰੇ 'ਚ ਕੁੱਤੀ ਦੇ ਨਾਂ ਦਾ ਅਖੰਡ ਪਾਠ ਕੀਤਾ ਤੇ ਲੰਗਰ ਚਲਾਇਆ ਤੇ ਅਰਦਾਸ ਕੀਤੀ ਕੁੱਤੀ ਦੇ ਨਾਂ ਦੀ, ਬਕਾਇਦਾ ਮੇਰੇ ਕੋਲ ਨੋਟ ਕੀਤੀਆਂ ਨੇ ਤਰੀਕਾਂ। ਤੇ ਨਾਲੇ ਇੱਕ ਗੱਲ ਤਾਂ ਜੀ ਭੁੱਲ ਹੀ ਜਾਂਦੇ ਆ ਆਪਾਂ, ਵੀ ਜਿਹੜਾ ਨੋਟ ਕਰਨ ਵਾਲਾ ਵਿਸ਼ਾ ਹੁੰਦਾ, ਇਹ ਤਾਂ ਹੋ ਗਿਆ ਵੀ ਜਦੋਂ ਕਹਿ ਦਿੰਦੇ ਆ ਵੀ ਸਾਰਿਆਂ ਦੇ ਵਿੱਚੋਂ ਅਸ਼ਰਫੁਲ ਮਖਲੂਕ ਹੈਗਾ, ਸਾਰਿਆਂ ਤੋਂ ਚੰਗਾ ਹੀ ਮਨੁੱਖ ਆ, ਤੇ ਮਤਲਬ ਇਨਸਾਨ ਨੂੰ ਸਭ ਤੋਂ ਵਧੀਆ ਸ੍ਰੇਸ਼ਟ ਮੰਨਿਆ ਗਿਆ। ਗੁਰਬਾਣੀ ਵੀ ਕਹਿੰਦੀ ਹੈ ਵੀ ਇਹ ਸਾਰਿਆਂ ਤੋਂ ਚੰਗਾ। ਇਹ ਸਾਰੀਆਂ ਗੱਲਾਂ ਉਦੋਂ ਕਿੱਥੇ ਜਾਂਦੀਆਂ ਜਦੋਂ ਪਸ਼ੂਆਂ ਤੇ ਕੁੱਤਿਆਂ ਦੇ ਨਾਮ ਦੇ ਵੀ ਪਾਠ ਹੋਣ ਲੱਗ ਜਾਂਦੇ ਆ। ਬਿਲਕੁਲ, ਉਦੋਂ ਉਹ ਵਿਸ਼ਾ ਹੀ ਕਿੱਥੇ ਚਲਿਆ ਜਾਂਦਾ। ਉਸ ਵਿਸ਼ੇ ਤੋਂ ਅਸੀਂ ਕਿੰਨੇ ਭਟਕ ਚੁੱਕੇ ਹੁੰਨੇ ਆ ਵੀ ਪਸ਼ੂ ਹੋ ਕੇ ਤਾਂ ਭਾਈ ਕੁਛ ਨਹੀਂ ਸੀ ਕੀਤਾ ਜਾਂਦਾ, ਪਰ ਪਸ਼ੂਆਂ ਦੇ ਨਾਮ ਤੇ ਵੀ ਪਾਠ ਕਰਾਏ ਜਾਂਦੇ। ਹਾਂਜੀ, ਅੱਗੇ ਵਧਦੇ ਆ ਜੀ ਆਪਾਂ। ਕਹਿੰਦੇ ਨਾਲੇ ਜਦੋਂ ਮੈਂ ਇਹਦੀ ਗੱਲ ਕਰ ਰਿਹਾ ਸੀ ਅਰਬਦ ਨਰਬਦ ਦੀ, ਇਹ ਸਮੇਂ ਦਾ ਸੂਚਕ ਹੈ। ਪਿੱਛੇ ਜਿੰਨੀ ਕੁ ਸਟੱਡੀ ਹੋ ਚੁੱਕੀ ਆ, ਜਿੰਨਿਆਂ ਸਾਲਾਂ ਦੀ, ਹਜ਼ਾਰਾਂ ਸਾਲਾਂ ਦੀ, ਜਿਵੇਂ ਜਿਵੇਂ ਸਾਇੰਟਿਸਟ ਕਰਦੇ ਜਾਂਦੇ ਆ, ਉਵੇਂ ਉਵੇਂ ਸਾਡੇ ਸਾਹਮਣੇ ਆਪਣੇ ਖਿਆਲਾਤ, ਆਪਣੀ ਉਹ ਸਮਝ ਜਿਹੜੀ ਆ ਰੱਖ ਜਾਂਦੇ ਆ, ਤੇ ਉਹ ਪ੍ਰਗਟ ਰੂਪ ਚ ਹੁੰਦੀ ਹੈ। ਕਿਸੇ ਧਾਰਮਿਕ ਗ੍ਰੰਥ ਦਾ, ਇੱਕ ਭਾਸ਼ਾ ਦਾ ਅਕੀਦਾ ਨਹੀਂ ਹੁੰਦੀ ਵੀ ਕਿ ਦੂਜਿਆਂ ਨੂੰ ਪਤਾ ਨਹੀਂ ਲੱਗੇਗਾ। ਉਹ ਸਰਬ ਸਾਂਝੀ ਜਾਣਕਾਰੀ ਜਿਹੜੀ ਹੈ ਉਹ ਰੱਖ ਜਾਂਦਾ ਹੈ, ਜੋ ਵੀ ਪ੍ਰਾਪਤ ਕਰਦੇ ਆ। ਇਸ ਕਰਕੇ ਸਾਨੂੰ ਇਹਨਾਂ ਜਿਹੜੀ ਜਿਵੇਂ ਅਰਬਦ ਨਰਬਦ ਧੁੰਦੂਕਾਰਾਂ ਦੀ ਗੱਲ ਆ, ਵੀ ਜੇ ਪਿੱਛੇ ਨੂੰ ਤੁਰਦੇ ਰਹੋਗੇ ਨਾ ਅਰਬਾਂ ਸਾਲਾਂ ਨੂੰ, ਤਾਂ ਇੱਕ ਧੁੰਦੂਕਾਰ ਹੀ ਬਣਿਆ ਰਹੇਗਾ ਜੇ ਲੋਕਾਂ ਦੀਆਂ ਉਲਝਣਾਂ ਵਿੱਚ ਏਦਾਂ ਦੀਆਂ ਗੱਲਾਂ ਵਿੱਚ ਫਸੇ ਰਹੋ। ਪਹਿਲਾਂ ਕਹਿੰਦੇ ਜ਼ਮਾਨਾ ਬੜਾ ਚੰਗਾ ਹੁੰਦਾ ਸੀ, ਪਹਿਲਾਂ ਤਾਂ ਐਂ ਹੁੰਦਾ ਸੀ, ਅਰਸ਼ੋਂ ਆ ਜਾਂਦੇ ਸੀ, ਉਹ 100 ਤਰ੍ਹਾਂ ਦੀਆਂ ਗੱਲਾਂ ਏਦਾਂ ਦੀਆਂ ਸੁਣਨ ਨੂੰ ਸਾਨੂੰ ਮਿਲ ਜਾਂਦੀਆਂ। ਪਰ ਗੁਰੂ ਪਾਤਸ਼ਾਹ ਕਹਿੰਦੇ ਉਹ ਧੁੰਦੂਕਾਰ ਹੀ ਹੈ। ਜਿਸ ਤਰੀਕੇ ਦੇ ਝੂਠ ਪਹਿਲਾਂ ਬੋਲੇ ਗਏ ਆ ਨਾ ਸਮਾਜ ਦੇ ਨਾਲ, ਅਧੂਰੀਆਂ ਸਾਖੀਆਂ, ਅਧੂਰਾ, ਪਿੱਛੇ ਨੂੰ ਜਿੰਨਾ ਮਰਜ਼ੀ ਤੁਰੇ ਜਾਓ। ਜਦੋਂ ਮੈਂ ਬਾਪੂ ਜੀ ਇਸ ਪੂਰੇ ਸ਼ਬਦਾਂ ਨੂੰ ਵੀ ਪੜ੍ਹ ਕੇ, ਇਹ ਜਿਵੇਂ ਆਪਾਂ ਇਹਨਾਂ ਦੀ ਗੱਲਬਾਤ ਕਰਦੇ ਆ ਨਾ, ਜਿੰਨੇ ਵੀ ਸੋਲਹੇ ਦਿੱਤੇ ਹੋਏ ਏਦਾਂ ਦੇ, ਉਹਨਾਂ ਦੇ ਵਿੱਚ ਮਤਲਬ ਅਸੂਲ ਦੀ ਜਿਹੜੀ ਗੱਲ ਆਉਂਦੀ ਆ ਉਹ ਇੱਥੇ ਆਉਂਦੀ ਆ ਵੀ ਜਾਂ ਤਾਂ ਚੰਗੇ ਬੰਦਿਆਂ ਵਿੱਚ ਬੈਠ ਕੇ ਭਲਾ ਹੋਣਾ ਤੁਹਾਡਾ, ਚੰਗੇ ਬੰਦਿਆਂ ਦੀ ਗੱਲਬਾਤ ਸੁਣ ਕੇ ਕੋਈ ਗਿਆਨ ਦੇ ਵਿੱਚ ਵਾਧਾ ਕਰਕੇ, ਜਾਂ ਤੁਹਾਨੂੰ ਸਟ੍ਰਿਕਟ ਤੌਰ ਤੇ ਹੋਰ ਚੰਗੇ ਤਰੀਕੇ ਨਾਲ ਆਪਣੇ ਜੀਵਨ ਨੂੰ ਸਟੈਂਡ ਕਰਨਾ ਪੈਣਾ। ਬਿਲਕੁਲ। ਇਦੋਂ ਉੱਤੇ ਗੁਰੂ ਨਾਨਕ ਨੇ ਕਦੇ, ਕਿਉਂਕਿ ਉਹ ਸ਼ਖਸੀਅਤ ਨਿਰਮਾਣ ਲਈ ਉਹਨਾਂ ਨੇ ਕੰਮ ਕੀਤਾ, ਜੇ ਇਹਨਾਂ ਚੀਜ਼ਾਂ ਦੇ ਵਿੱਚ ਉਲਝਣਾ ਸੀ ਜਾਂ ਤਾਂ ਉਹ ਵਿਸ਼ਾ ਲੈ ਲੈਂਦੇ ਸੀ। ਹੁਣ ਵਿਸ਼ਾ ਸਾਡਾ ਜਿਹੜਾ ਹੁੰਦਾ ਸਾਇੰਸ ਨਹੀਂ ਹੁੰਦਾ, ਧਰਮ ਹੁੰਦਾ, ਤੇ ਧਰਮ ਦੇ ਨਾਮ ਤੇ ਇਦਾਂ ਦੇ ਜਦੋਂ ਵੀ ਸਵਾਲ ਆਏ ਆ ਉਹ ਬੇਬੁਨਿਆਦ, ਉਹਨਾਂ ਦੇ ਵਿੱਚ ਜਵਾਬ ਵੀ ਜਿਹੜੇ ਆ ਨਾ ਪਰਟੀਕੂਲਰ ਇਦਾਂ ਦੇ ਨਹੀਂ ਹੈਗੇ। ਗੁਰੂ ਪਾਤਸ਼ਾਹ ਨੇ ਜਦੋਂ ਵੀ ਜਵਾਬ ਦਿੱਤਾ, ਉਹਨਾਂ ਨੇ ਇਹ ਕਿਹਾ ਯਾਰ ਵੀ ਤੁਸੀਂ ਉਹ ਜਿਵੇਂ ਮੈਂ ਪਾਤਾਲਾਂ ਪਾਤਾਲ ਦੀ ਗੱਲ ਕੀਤੀ, ਅਰਬਦ ਨਰਬਦ ਧੁੰਦੂਕਾਰਾ ਧਰਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਏਂਦਾ। ਉਹ ਜਦੋਂ ਵੀ ਬੰਦਾ ਪਿੱਛੇ ਨੂੰ ਕਿਤੇ ਜਾਏਗਾ ਨਾ, ਸਮਾਧੀ ਵੀ ਲਗਾਏਗਾ, ਸੋਚਣ ਦੀ ਵੀ ਕੋਸ਼ਿਸ਼ ਕਰੇਗਾ, ਸੁੰਨ ਚ ਉੱਪੜ ਜਾਏਗਾ ਵੀ ਯਾਰ ਕੀ ਕਿਹਾ ਜਾ ਸਕਦਾ। ਸੁੰਨ ਲਾਉਣ ਤੋਂ ਇੱਥੇ ਨਾ ਆ ਜਿਹੜੀਆਂ ਜਪਜੀ ਸਾਹਿਬ ਦੀਆਂ 4 ਪੌੜੀਆਂ ਨੇ, ਜੇ ਕਿਤੇ ਉਹਨਾਂ ਚੋਂ ਥੋੜਾ ਜਿਹਾ ਵੀ ਸਾਡੇ ਸਮਝ ਆ ਜਾਵੇ, ਨਾਨਕ ਭਗਤਾਂ ਸਦਾ ਵਿਗਾਸ। ਬਿਲਕੁਲ।
ਜਿਹੜੇ ਉਹਦੇ ਸੇਵਕ ਨੇ ਉਹਨਾਂ ਦਾ ਮਾਨਸਿਕ ਵਿਕਾਸ ਸਦਾ ਹੁੰਦੇ ਰਹਿਣਾ ਚਾਹੀਦਾ ਹੈ, ਇਹ ਰੁਕ ਨਹੀਂ ਜਾਣਾ ਚਾਹੀਦਾ। ਉਹ ਗੱਲਾਂ ਤਾਂ ਸਾਨੂੰ ਭੁਲਾ ਦਿੱਤੀਆਂ ਗਈਆਂ। ਬਿਲਕੁਲ, ਉਹਨਾਂ ਦਾ ਖੇੜਾ, ਉਹਨਾਂ ਦਾ ਉਲਾਸ, ਉਹਨਾਂ ਦਾ ਉਤਸ਼ਾਹ, ਉਹਨਾਂ ਦੀ ਹੈਪੀਨੈਸ, ਉਹਨਾਂ ਦੀ ਡਿਜ਼ਰਵ ਮਤਲਬ ਹਮੇਸ਼ਾ ਵਧਣੀ ਚਾਹੀਦੀ ਹੈ। ਉਹ ਡਿਜ਼ਾਇਰ ਜਿਹੜੀ ਹੈ ਨਾ ਕੁਝ ਸਿੱਖਣ ਦੀ, ਕੁਝ ਲੈਣ ਦੀ, ਜਦੋਂ ਬੰਦਾ ਭਗਤ ਹੀ ਬਣ ਗਿਆ, ਭਗਤ ਹੁਣ ਇਹੋ ਜਿਹੇ ਭਗਤ ਤਾਂ ਹੈ ਨਹੀਂ ਵੀ ਜਿਹੜਾ ਕਿਸੇ ਖਿੱਤੇ ਵਿੱਚ ਬਿਠਾ ਦਿਓਗੇ, ਕਿਸੇ ਡੂੰਘੇ ਟੋਏ 'ਚ ਬਿਠਾ ਦਿਓਗੇ। ਗੱਲ ਤਾਂ ਇਹ ਪਹਿਲਾਂ ਹੀ ਗੁਰਬਾਣੀ ਨੇ ਜਾਂ ਅਸੀਂ ਗੁਰੂ ਪਾਤਸ਼ਾਹਾਂ ਦੇ ਦਰਸ਼ਨ ਨਾਲ ਕਲੀਅਰ ਕਰਦੇ ਹਾਂ। ਸਮੇਂ ਨੂੰ ਮੁੱਖ ਰੱਖਦਿਆਂ ਹੋਇਆ ਆਪਾਂ ਅਖੀਰਲੇ ਸਵਾਲ ਵੱਲ ਵਧਦੇ ਹਾਂ ਜੀ। ਕਹਿੰਦੇ ਜਿਹੜਾ ਬ੍ਰਹਮਦਾਸ ਸੀ ਇੱਕ ਜਗ੍ਹਾ ਤੇ ਉਹਨਾਂ ਨੂੰ ਵੀ 4 ਜਿਹੜਾ ਹੈਗਾ ਉਹ ਫਕੀਰਾਂ ਦੇ ਕੋਲ ਭੇਜਿਆ ਗਿਆ। ਫਕੀਰਾਂ ਨੇ ਉਹਨੂੰ ਮੰਦਿਰ ਵੱਲ ਭੇਜ ਦਿੱਤਾ ਔਰ ਗੁਰੂ ਲੱਭਣ ਲਈ ਅੰਦਰ ਗਿਆ ਤੇ ਸੂਹੇ ਵਸਤਰ ਪਹਿਨੇ ਹੋਏ ਅੱਗੇ ਔਰਤ ਖੜੀ ਸੀ। ਅਜਿਹਾ ਵੀ ਕੁਝ ਉਹ ਮਾਇਆ ਤੋਂ ਕੁੱਟ ਪਾਉਣ ਵਾਲੀ ਇੱਕ ਸਾਖੀ ਜਿਹੜੀ ਹੈ ਇਹਦੇ ਵਿੱਚ ਲਿਖੀ ਹੋਈ ਹੈ। ਬਾਪੂ ਜੀ ਇਹਦੇ ਬਾਰੇ ਥੋੜਾ ਚਾਨਣਾ ਪਾਓ। ਹੁਣ ਇੱਥੇ ਸਿੱਧਾ ਤਾਂ ਗੁਰੂ ਨਾਨਕ ਸਾਹਿਬ ਤੋਂ ਜੇ ਅਖਵਾ ਦਿੰਦੇ ਕਿ ਭਾਈ ਤੂੰ ਮਾਇਆ 'ਚ ਉਲਝਿਆ ਹੋਇਆ, ਤੂੰ ਆਪਣੀ ਵਿੱਦਿਆ ਦੀ ਤਾਕਤ ਦੇ ਨਾਲ ਲੋਕਾਂ ਤੋਂ ਪੈਸੇ ਬਟੋਰ ਰਿਹਾ ਹੈ, ਤੂੰ ਆਪਣਾ ਮੰਦਿਰ ਬਣਾਇਆ ਹੋਇਆ, ਮੰਦਿਰ ਦੇ ਵਿੱਚ ਮੂਰਤੀ ਰੱਖੀ ਹੋਈ ਹੈ ਤੇ ਤੂੰ ਸਾਰਾ ਕੁਝ ਲੋਕਾਂ ਦੇ ਭਲੇ ਵਾਸਤੇ ਨਹੀਂ ਕਰ ਰਿਹਾ, ਕੇਵਲ ਮਾਇਆ ਦੇ ਵਾਸਤੇ ਤੂੰ ਇਹ ਸਾਰਾ ਅਡੰਬਰ ਰਚਿਆ ਹੋਇਆ ਹੈ ਤੇ ਮੂਰਤੀ ਦੇ ਰਾਹੀਂ ਲੋਕਾਂ ਨੂੰ ਪ੍ਰਭਾਵਿਤ ਕਰਕੇ ਤੂੰ ਦੌਲਤ ਇਕੱਠੀ ਕਰ ਰਿਹਾ ਹੈ। ਲੋਕ ਭੁੱਖੇ ਮਰਦੇ ਨੇ, ਗਰੀਬ ਨੇ, ਅਗਿਆਨਤਾ ਦੇ ਵਿੱਚ ਡੁੱਬੇ ਨੇ, ਗੁਲਾਮੀ ਹੈ, ਉਹਨਾਂ ਨੂੰ ਕਿੰਨੀਆਂ ਮੁਸੀਬਤਾਂ ਚੋਂ ਲੰਘੇ ਹੋਏ ਨੇ। ਤੂੰ ਰੱਬ ਦਾ ਜਾਂ ਦੇਵੀ ਦੇਵਤਿਆਂ ਦਾ ਭਰਮ ਜਾਲ ਖੜਾ ਕੀਤਾ ਹੋਇਆ ਤੇ ਤੇਰਾ ਇਹ ਮਾਇਆ ਕਮਾਉਣ ਦਾ, ਪੈਸੇ ਕਮਾਉਣ ਦਾ ਇੱਕ ਢੌਂਗ ਰਚਿਆ ਹੋਇਆ ਹੈ। ਤੇ ਜੇ ਤਾਂ ਇਹੋ ਜਿਹੀਆਂ ਗੱਲਾਂ ਅਖਵਾ ਦਿੰਦੇ ਵੀ ਤੁਹਾਡੇ ਹੀ ਮਤਲਬ ਗ੍ਰੰਥਾਂ ਦੇ ਵਿੱਚ ਭਾਈ ਜਿਹੜੀ ਮਾਇਆ ਦੀ ਦੇਵੀ ਸਰਸਵਤੀ ਨਾਲ ਜਿਹੜੀ ਹੈ ਮਾਇਆ ਨੂੰ, ਜਿਹੜਾ ਦੇਵੀ ਨੂੰ ਮਾਇਆ ਆਖਿਆ ਗਿਆ ਹੈ, ਔਰਤ ਦੇ ਰੂਪ 'ਚ ਉਹਨੂੰ ਪੇਸ਼ ਕੀਤਾ ਗਿਆ ਹੈ, ਉਹ ਤਾਂ ਫਿਰ ਤੈਨੂੰ ਹੀ ਡੰਗ ਰਹੀ ਹੈ, ਤੂੰ ਹੀ ਉਹਦਾ ਗੁਲਾਮ ਬਣਿਆ ਹੋਇਆ ਹੈ। ਪਰ ਇਹਨਾਂ ਨੇ ਕਹਾਣੀ ਅਜੀਬ ਕਿਸਮ ਦੀ ਬਣਾ ਦਿੱਤੀ ਹੈ ਕਿ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਉੱਥੇ 4 ਸਿੱਖਾਂ ਕੋਲੇ ਸਾਖੀਕਾਰ ਨੇ ਗੁਰੂ ਨਾਨਕ ਸਾਹਿਬ ਦੇ ਰਾਹੀਂ ਬ੍ਰਹਮਦਾਸ ਨੂੰ 4 ਸਿੱਖਾਂ ਕੋਲੇ ਭੇਜਿਆ। ਉੱਚੇ ਥਾਂ ਤੇ ਬੈਠੇ ਸੀ। ਉਹਨਾਂ ਸਿੱਖਾਂ ਕੋਲੇ ਜਾ ਕੇ ਬ੍ਰਹਮਦਾਸ ਨੇ ਪੁੱਛਿਆ ਕਿ ਮੈਨੂੰ ਬਾਬਾ ਜੀ ਨੇ ਭੇਜਿਆ। ਉਹ ਕਹਿੰਦੇ ਉਹ ਸਾਹਮਣੇ ਇੱਕ ਮੰਦਿਰ ਹੈ, ਤੁਸੀਂ ਉੱਥੇ ਜਾਓ, ਉੱਥੋਂ ਤੁਹਾਨੂੰ ਗੱਲ ਦਾ ਜਵਾਬ ਮਿਲੇਗਾ। ਜਦੋਂ ਉੱਥੇ ਉਹ ਮੰਦਿਰ ਦੇ ਵਿੱਚ ਗਿਆ, ਉੱਥੇ ਸੂਹੇ ਬਸਤਰਾਂ ਵਾਲੀ ਔਰਤ ਖੜੀ ਹੈ। ਉਹਨੇ ਉਸ ਬ੍ਰਹਮਦਾਸ ਨੂੰ ਖੂਬ ਕੁੱਟਿਆ, ਖੂਬ ਲਾਹਣਤਾਂ ਪਾਈਆਂ, ਬੇਇੱਜ਼ਤੀ ਕੀਤੀ ਤੇ ਚੰਗੀ ਕੁੱਟ ਖਾ ਕੇ ਉਹ ਜਦੋਂ ਵਾਪਸ ਆਇਆ ਕਹਿੰਦਾ ਮੇਰੇ ਨਾਲ ਇਹੋ ਜੀ ਤੁਸੀਂ ਕਿਉਂ ਕੀਤੀ ਹੈ? ਕਹਿੰਦੇ ਫਿਰ ਬਾਬਾ ਨਾਨਕ ਨੇ ਉਹਨੂੰ ਸਮਝਾਇਆ ਕਿ ਜਿਹਦਾ ਤੂੰ ਗੁਲਾਮ ਬਣਿਆ ਹੋਇਆ ਹੈ ਤਾਂ ਉਸੇ ਨੇ ਤੈਨੂੰ ਕੁੱਟਿਆ। ਤੇਰਾ ਜਿਹੜਾ ਜ਼ਿੰਦਗੀ ਹੈ ਉਹ ਪੈਸੇ ਦੇ ਪਿੱਛੇ ਪਈ ਹੈ, ਉਹ ਪੈਸੇ ਦੀ ਦੇਵੀ ਹੀ ਅੰਦਰ ਖੜੀ ਹੈ, ਉਸੇ ਨੇ ਤੈਨੂੰ ਕੁੱਟਿਆ ਤੇ ਮਾਇਆ ਦੀ ਆ ਜਿਹੜੀ ਨਾਗਣੀ ਬਣ ਕੇ ਮਾਇਆ ਇਸੇ ਤਰ੍ਹਾਂ ਡੰਗਦੀ ਹੁੰਦੀ ਹੈ। ਇਹ ਕਹਾਣੀਆਂ ਨਾਲ ਜੋੜ ਦਿੱਤੀਆਂ ਗਈਆਂ ਨੇ। ਤੇ ਉਸ ਬ੍ਰਹਮਦਾਸ ਨੂੰ ਉਹਨੇ ਜਦੋਂ ਵਾਪਸ ਆਇਆ ਤੇ ਗੁਰੂ ਨਾਨਕ ਸਾਹਿਬ ਨੇ ਫਿਰ ਉਹਨੂੰ ਜਿਹੜਾ ਮਤ ਦਿੱਤੀ ਕਿ ਇਦਾਂ ਦੇ ਕੰਮਾਂ ਤੋਂ ਬਚੀਦਾ ਹੁੰਦਾ। ਬ੍ਰਹਮਦਾਸ ਜਾ ਕੇ ਪੈਰੀਂ ਪਿਆ, ਨਾਮ ਧਰੀਕ ਸਿੱਖ ਹੋਇਆ ਤੇ ਗੁਰੂ ਨਾਨਕ ਸਾਹਿਬ ਨੇ ਇੱਕ ਸ਼ਬਦ ਵੀ ਫਿਰ ਉੱਥੇ ਪੜ੍ਹ ਕੇ ਸੁਣਾਇਆ। ਸਾਖੀਕਾਰ ਦੇ ਮੁਤਾਬਕ 953 ਪੰਨੇ ਤੇ ਸ਼ਬਦ ਹੈ ਵੀ ਭਾਈ ਇੱਥੇ ਤਾਂ ਵੱਡੇ ਵੱਡੇ ਦੇਵੀ ਦੇਵਤੇ ਜਿਨ੍ਹਾਂ ਦਾ ਸਹਾਰਾ ਲੈ ਕੇ ਤੂੰ ਪੈਸੇ ਕਮਾ ਰਿਹਾ, ਉਹ ਤਾਂ ਆਪ ਵਿਲਕਦੇ ਤੜਫਦੇ ਰਹੇ ਨੇ। ਇਹ ਵਿਚਾਰੇ ਜਿਹੜੇ ਆਮ ਲੋਕ ਨੇ ਇਹਨਾਂ ਨੂੰ ਪਤਾ ਨਹੀਂ ਇਹਨਾਂ ਗੱਲਾਂ ਦਾ। ਸੰਸਰ ਦਾਨ ਦੇ ਇੰਦਰ ਰਵਾਇਆ, ਪਰਸਰਾਮ ਰੋਵੈ ਘਰ ਆਇਆ, ਰੋਵੈ ਅਜਾ ਜੋ ਭੀਖਿਆ ਖਾਏ, ਐਸੀ ਦਰਗਾਹ ਮਿਲੈ ਸਜਾਏ। ਇਹ ਲੰਮਾ ਸ਼ਬਦ ਹੈ। ਉੱਥੇ ਸਾਰੇ ਦੇਵੀ ਦੇਵਤਿਆਂ ਆਦਿਕ ਦਾ ਗੁਰੂ ਨਾਨਕ ਸਾਹਿਬ ਨੇ ਜ਼ਿਕਰ ਕੀਤਾ ਕਿ ਭਾਈ ਇਹ ਤਾਂ ਸਾਰੇ ਹੀ ਮਾਇਆ 'ਚ ਕਿਸੇ ਨਾ ਕਿਸੇ ਗਲਤੀ ਦੇ ਵਿੱਚ ਗਰਸੇ ਹੋਏ ਸਨ ਤੇ ਆਪਣੀ ਜ਼ਿੰਦਗੀ ਨੂੰ ਇਹਨਾਂ ਨੇ ਕਲੰਕਿਤ ਕਰ ਲਿਆ। ਤੂੰ ਵੀ ਆਪਣੀ ਬ੍ਰਹਮਦਾਸ ਜ਼ਿੰਦਗੀ ਕਲੰਕਿਤ ਨਾ ਕਰ। ਇਸ ਤਰ੍ਹਾਂ ਦੀ ਭਾਵਨਾ ਤਾਂ ਜੇ ਪ੍ਰਗਟ ਕਰਵਾਉਣ ਦਾ ਸਾਖੀਕਾਰ ਤਾਂ ਵਧੀਆ ਸੀ, ਪਰ ਹੋਰੇ ਪਾਸੇ ਸਾਖੀ ਨੂੰ ਇਹ ਜਿਹੇ ਢੰਗਾਂ ਨਾਲ ਪੇਸ਼ ਕਰਦਾ ਹੈ ਕਿ ਬੰਦੇ ਦੇ ਸੁਣਨ ਵਾਲੇ ਦੇ ਕੁਝ ਵੀ ਪੱਲੇ ਨਹੀਂ ਪੈਂਦਾ ਤੇ ਅੱਜ ਤੱਕ ਉਸੇ ਤਰ੍ਹਾਂ ਸਾਖੀਆਂ ਸਟੇਜਾਂ ਤੇ ਸੁਣਾਈਆਂ ਜਾ ਰਹੀਆਂ। ਬਿਲਕੁਲ ਜੀ। ਕਹਿੰਦੇ ਉੜਦੀ ਉੜਦੀ 10 ਦਿਸ਼ਾ ਜਲ ਪਰਬਤ ਬਣਰਾਏ, ਜਿੱਥੈ ਡਿੱਠਾ ਮਿਰਤ ਕੋ ਇਲ ਬੈਠੀ ਜਾਏ। ਹੁਣ ਜਦੋਂ ਗੁਰੂ ਪਾਤਸ਼ਾਹ ਏਦਾਂ ਦੀਆਂ ਉਦਾਹਰਨਾਂ ਦਿੰਦੇ ਆ, ਉੱਚੀਆਂ ਉੱਚੀਆਂ ਗੱਲਾਂ ਕਰਕੇ ਏਦਾਂ ਦੀਆਂ ਜਿਹਦੇ ਵਿੱਚ ਗੁਰੂ ਨਾਨਕ ਨੂੰ ਵੱਡਾ ਬਣਾਉਂਦਿਆਂ ਇੱਕ ਇਹੋ ਜਿਹੀ ਥਾਂ ਤੇ ਸਿੱਟਦੇ ਆ ਜਿਵੇਂ ਇੱਲ ਜਿਹੜੀ ਆ ਉੱਚੀ ਉੱਡਣ ਤੋਂ ਬਾਅਦ ਵੀ ਇੱਕ ਗੰਦੇ ਸੜੇ ਮਾਸ ਤੇ ਡਿੱਗ ਪੈਂਦੀ ਹੈ। ਕਿਤੇ ਵੀ ਆਪਣਾ ਸ਼ਿਕਾਰ ਵੇਖ ਕੇ ਨੀਵੀਂ ਸਿੱਧੀ ਡਿੱਗਦੀ ਹੈ। ਮਤਲਬ ਤੁਸੀਂ ਆਪਣੀ ਸ਼ਖਸੀਅਤ ਨੂੰ ਨੀਵਾਂ ਡੇਗਣਾ, ਆਪਣੇ ਆਚਾਰ ਨੂੰ ਨੀਵਾਂ ਡੇਗਣਾ ਤਾਂ ਕਿਤੇ ਵੀ ਤੁਸੀਂ ਚੱਪਲਾਂ ਚੱਟਣ ਬੈਠ ਜਾਓਗੇ, ਕਿਤੇ ਵੀ ਤੁਸੀਂ ਕਿਸੇ ਦੇ ਜਿਹੜੇ ਆ ਪੈਰ ਚੱਟਣੇ ਸ਼ੁਰੂ ਕਰ ਦਿਓ, ਤਲਵੇ ਚੱਟੋ। ਗੱਲ ਇਹ ਹੈਗੀ ਆ ਕਿ ਗੁਰੂ ਨਾਨਕ ਜਿਹੜੀ ਆ ਆਪਣੇ ਆਪ ਦੇ ਵਿੱਚ ਉਸਾਰੂ ਸ਼ਖਸੀਅਤ ਸੀ, ਇੱਕ ਰੈਵੋਲੂਸ਼ਨ ਖੜਾ ਕਰਨਾ ਚਾਹੁੰਦੇ ਸੀ ਔਰ ਅਜਿਹੀਆਂ ਸਾਖੀਆਂ ਦੇ ਨਾਲ ਉਹਨਾਂ ਦਾ ਕੋਈ ਮਾਣ ਸਨਮਾਨ ਵਧਾਇਆ ਨਹੀਂ ਗਿਆ। ਇੱਕ ਤਰ੍ਹਾਂ ਦਾ ਕਲੰਕਿਤ ਜੀਵਨ ਕਰਕੇ ਉਹਨਾਂ ਦਾ ਸਾਡੇ ਸਾਹਮਣੇ ਲਿਆਂਦਾ ਗਿਆ ਔਰ ਅਸੀਂ ਇਸ ਜਾਲ ਦੇ ਵਿੱਚੋਂ
ਬਾਹਰ ਕੱਢਣ ਦੇ ਲਈ, ਤੁਹਾਨੂੰ ਔਰ ਆਪ ਨਿਕਲਣ ਦੇ ਲਈ ਇਹਨਾਂ ਸਾਰੀਆਂ ਚੀਜ਼ਾਂ ਨੂੰ ਰੀਡ ਕਰਦੇ ਆ, ਪੜ੍ਹਦੇ ਆ। ਔਰ ਇਹ ਸਤਿਕਾਰਯੋਗ ਬਾਪੂ ਇੰਦਰ ਸਿੰਘ ਜੀ ਘੱਗਾ ਵੀ ਬੜੀ ਮਿਹਨਤ ਕਰਕੇ ਤੁਹਾਡੇ ਤੱਕ ਇਸ ਸੱਚ ਨੂੰ ਲੈ ਕੇ ਆਉਂਦੇ ਆ। ਕਿਰਪਾ ਕਰਕੇ ਇਹਨਾਂ ਤੋਂ ਸੁਚਾਰੂ ਰੂਪ ਦੇ ਵਿੱਚ ਜਾਗ੍ਰਿਤੀ ਆਪਣੇ ਵਿੱਚ ਲੈ ਕੇ ਆਈਏ ਔਰ ਆਪਣੇ ਜੀਵਨ ਨੂੰ ਇੱਕ ਚੰਗੀ ਹਿਸਟਰੀ, ਇੱਕ ਇਤਿਹਾਸ ਬਣਾ ਕੇ ਜਾਈਏ, ਤਾਂ ਕਿ ਕੱਲ੍ਹ ਵਾਲਿਆਂ ਲਈ ਅਸੀਂ ਖੁਦ ਮਾਰਗਦਰਸ਼ਨ ਬਣ ਸਕੀਏ, ਜਿਵੇਂ ਸਾਡੇ ਲਈ ਗੁਰੂ ਨਾਨਕ ਮਾਰਗਦਰਸ਼ਨ ਨੇ। ਪਰ ਏਦਾਂ ਦੀਆਂ ਸਟੋਰੀਆਂ ਤੋਂ ਸਾਨੂੰ ਪਹਿਲਾਂ ਖਹਿੜਾ ਛੁਡਾਉਣਾ ਪਏਗਾ। ਸਾਰਿਆਂ ਦਾ ਧੰਨਵਾਦ ਜੀ। ਇਸੇ ਤਰੀਕੇ ਨਾਲ ਅਗਲੇ ਪ੍ਰੋਗਰਾਮਾਂ ਦੇ ਵਿੱਚ ਮਿਲਦੇ ਰਵਾਂਗੇ। ਸੁਣਦੇ ਰਹੋ ਗੁਰਮਤਿ ਤੱਤ ਗਿਆਨ ਦੇ ਵਿੱਚ ਜਨਮ ਸਾਖੀਆਂ ਤੇ ਹੋਰ ਸਵਾਲ ਜਵਾਬ, ਬਹੁਤ ਸਾਰੇ ਪ੍ਰੋਗਰਾਮ ਅਸੀਂ ਤੁਹਾਡੇ ਤੱਕ ਲੈ ਕੇ ਆਉਣੇ ਆ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।